ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰੂ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਰਾਗ ਮਹੱਲਾ ਤੀਜਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਆਪੈ ਆਪ ਮਿਲਾਏ ਬੂਝੈ, ਤਾਂ ਨਿਰਮਲ ਹੋਵੈ ਸੋਈ। ਹਰ ਜੀਉ ਸਾਚਾ, ਹਰ ਜੀਉ ਸਾਚਾ, ਸਾਚੀ ਬਾਣੀ। ਸ਼ਬਦ ਮਿਲਾਵਾ ਹੋਈ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ। ਪੂਰੇ ਗੁਰ ਕੀ ਸੇਵ ਨਾ ਕੀਨੀ, ਬਿਰਥਾ ਜਨਮ ਗਵਾਇਆ। ਰਹਾਉ ਆਪੇ ਜਗ ਜੀਵਨ ਸੁਖ ਦਾਤਾ, ਆਪੇ ਬਖਸ਼ ਮਿਲਾਏ। ਜੀ ਜੰਤ ਏਕਿਆ ਵਿਚਾਰੇ, ਕਿਆ ਕੋ ਆਖ ਸੁਣਾਏ। ਗੁਰਮੁਖ ਆਪੇ ਦੇ ਵਡਾਈ, ਆਪੇ ਸੇਵ ਕਰਾਏ। ਦੇਖ ਕੁਟੰਬ ਮੋਹੇ ਲੋਭਾਣਾ, ਚਲਦਿਆਂ ਨਾਲ ਨ ਜਾਈ। ਸਤਿਗੁਰੂ ਸੇਵ ਗੁਣ ਨਿਧਾਨ ਪਾਇਆ, ਤਿਸ ਦੀ ਕੀਮ ਨ ਪਾਈ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ। ਅੰਤੈ ਹੋਏ ਸਖਾਈ, ਆਪਣੇ ਮਨ ਚਿਤ ਕਹਿ ਕਹਾਏ। ਬਿਨ ਗੁਰ ਆਪ ਨਾ ਜਾਈ। ਹਰ ਜੀਉ ਦਾਤਾ ਭਗਤ ਵਸ਼ਲ ਹੈ, ਹਰ ਜੀਉ ਦਾਤਾ ਭਗਤ ਵਸ਼ਲ ਹੈ। ਕਰ ਕਿਰਪਾ ਮਨ ਵਸਾਈ। ਨਾਨਕ ਸੋਭਾ ਸੁਰਤ ਦੇ ਪ੍ਰਭ, ਨਾਨਕ ਸੋਭਾ ਸੁਰਤ ਦੇ ਪ੍ਰਭ। ਆਪੇ ਗੁਰਮੁਖ ਦੇ ਵਡਿਆਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਚਬਰ ਛਤਰ ਤਖਤ ਦੇ ਮਾਲਕ, ਹਾਜ਼ਰਾ ਹਜ਼ੂਰ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕੋਟਾਨ ਕੋਟਾਨ ਕਿਰਪਾ ਰਹਿਮਤ ਤੇ ਬਖਸ਼ਿਸ਼ ਦੇ ਨਾਲ, ਜੋ ਸਤਿਗੁਰੂ ਜੀ ਉਦਮ ਬਖਸ਼ਦੇ ਹਨ, ਉਸ ਉਦਮ ਦੇ ਨਾਲ ਆਪ ਗੁਰੂ ਕੀਆਂ ਪਿਆਰੀਆਂ ਸੰਗਤਾਂ ਦੇ ਸਨਮੁਖ ਰੋਜ਼ਾਨਾ ਇਸ ਫੇਸਬੁੱਕ ਲਾਈਵ ਆਡੀਓ ਦੇ ਮਾਧਿਅਮ ਦੇ ਰਾਹੀਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਗੁਰ ਸ਼ਬਦ ਵਿਚਾਰ ਲੈ ਕੇ ਹਾਜ਼ਰ ਹੁੰਨੇ ਆ, ਜਿਸ ਵਿੱਚ ਰੋਜ਼ਾਨਾ ਸ਼੍ਰੀ ਰਾਗ ਦੇ ਵਿੱਚੋਂ ਹੁਣ ਤੱਕ 47 ਨੰਬਰ ਸ਼ਬਦ ਤੱਕ ਆਪਾਂ ਵਿਚਾਰ ਕਰ ਚੁੱਕੇ ਹਾਂ, 47 ਤੱਕ। ਤੇ ਅੱਜ ਦਾ ਸ਼ਬਦ ਜੋ ਆਪ ਜੀ ਨੇ ਹੁਣੇ ਸਰਵਣ ਕੀਤਾ ਹੈ, ਇਹ 48 ਨੰਬਰ ਸ਼ਬਦ ਹੈ ਸ਼੍ਰੀ ਰਾਗ ਦਾ। ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਹੋਇਆ ਇਹ 15ਵਾਂ ਸ਼ਬਦ ਹੈ।
ਤੇ इस शब्द के 4 बंद ने। एक बंद रहाओ दा है। साहिब श्री गुरु ग्रंथ साहिब जी के पावन पन्ना नंबर 32 ਦੇ ਉੱਤੇ ਸੁਭਾਏਮਾਨ है। ਜਿਵੇਂ ਆਪਾਂ ਪਿਛਲੇ ਸ਼ਬਦਾਂ ਤੋਂ ਇਹ ਸਰਵਣ ਕਰਦੇ ਆ ਰਹੇ ਹਾਂ ਕਿ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ बड़े कमाल दे सबजैक्ट जिहड़े ने वो टच कीते ने। गल की जिहड़े उन्हां दे जहन विच सवाल सन, जदों उन्हां नूं उन्हां दे जवाब मिले, सतगुरु जी ने उस संसार दी भलाई वास्ते गुरबाणी दे विच अंकित कर दिते। जदों आपां धन श्री गुरु अमरदास साहिब जी दे पावन बचनां नूं सरवण करदे हां ना, ਉਹਦੇ ਵਿੱਚ 2 ਖਿਆਲ ਉੱਭਰ ਕੇ ਆਉਂਦੇ ਨੇ, ਇੱਕ ਮਨਮੁਖ ਦਾ ਤੇ ਇੱਕ ਗੁਰਮੁਖ ਦਾ। ਮਨਮੁਖ ਉਹਨੂੰ ਕਿਹਾ ਗਿਆ ਹੈ ਜੋ ਮਨ ਦੀ ਮੱਤ ਪਿੱਛੇ ਤੁਰਦਾ ਹੈ, ਹਰ ਵਕਤ ਆਪਣੇ ਮਨ ਦੀਆਂ ਹੀ ਕਰਦਾ ਹੈ। ਤੇ ਗੁਰਮੁਖ ਦੀ ਪਰਿਭਾਸ਼ਾ ਇਹ ਦਿੱਤੀ ਗਈ ਹੈ ਜੋ ਗੁਰੂ ਦੀ ਦੱਸੀ ਮੱਤ ਨੂੰ ਅਪਣਾਉਂਦਾ ਹੈ, ਗੁਰੂ ਦੇ ਦੱਸੇ ਉਪਦੇਸ਼ ਦੇ ਉੱਪਰ ਚੱਲ ਕੇ ਆਪਣੇ ਜੀਵਨ ਨੂੰ परिपूर्ण परमात्मा वाहिगुरु दे नाल इकमिक करके इस मानवता दा भला करदियां होइयां उहदे विच अभेद हो जांदा है। हुण ये 2 सुभाअ सतगुरु जी ने बार बार डिटेल कीते ने, क्योंकि साडे अंदर भी बहुतात ये सवाल उठते रहिंदे हन। वेखण नूं उपरों इंज लगदा है कि शायद असीं बहुत बाणी पढ़दे हां, बड़ा नितनेम भी करदे हां कि शायद मैं गुरसिख हाँ, पर मेरे मनण नाल की हो जाना। हुण मैं ये आखां कि मैं रोज़ सवेरे उठ के नितनेम करदा, इशनान करदा, सवेरे बिल्कुल पूरी जिम्मेवारी नाल कथा करदा, शाम नूं पूरी जिम्मेवारी नाल कथा निभाउणा, ये एक पक्ष आ। पर की ये जो मैं कथा कर रहा ये मैं अपने जीवन विच फॉलो कर रहा, ये पक्ष वड्डा है जिहदे उत्ते विचार करनी लोड़ींदी है। कि ये तो नहीं कि जस्ट एक किते वांगू मैं सवेरे उठ रहा तो वो अपनी ड्यूटी निभा रहा, एक फॉर्मैलिटी कर रहा, पर उन्होंने मैं जीवन च नहीं फॉलो कर रहा। असी इंज ही कर रहे हैं, कर अपनी मन दी रहे हैं, वेखण नूं इंज लग रहा जिवें असी गुरु की मत ते तुर रहे हैं। क्योंकि गुरु की मत दे उत्ते तुरन दा भाव की है, गुरु के दसे उपदेशां नूं स्वीकार कर लेना, ਉਹਦੇ ਮੁਤਾਬਕ ਆਪਣੇ ਕਿਰਦਾਰ ਨੂੰ ਢਾਲਣਾ, ਆਪਣੇ ਆਪ ਦੀ ਬਣਾਉਤ ਬਣਾਉਣੀ, ਆਪਣੇ ਆਪ ਨੂੰ ਸਿਰਜਣਾ, ਸਵਾਰਨਾ, ਸ਼ਿੰਗਾਰਨਾ, ਤਾਂ ਕਿ ਅਸੀਂ ਗੁਰੂ ਦੇ ਦੱਸੇ ਰਸਤੇ ਤੇ ਚੱਲ ਕੇ ਇੱਕ ਚੰਗੇ ਇਨਸਾਨੀ ਜੀਵਨ ਨੂੰ ਜਿੱਥੇ ਜੀਵੀਏ ਉੱਥੇ ਮਾਨਵਤਾ ਦੇ ਕੰਮ ਆਉਂਦਿਆਂ ਹੋਇਆਂ ਆਪਣੇ ਇਸ ਸਰੀਰ ਨੂੰ ਭਲੇ ਦੇ ਵਾਸਤੇ ਵਰਤ ਸਕੀਏ। ਇਹਦੇ ਵਿੱਚ ਬਹੁਤ ਕੁਝ ਛੱਡਣਾ ਪੈਂਦਾ। ਜਦੋਂ ਆਪਾਂ ਗੁਰਮਤਿ ਦੇ ਗਾਡੀ ਰਾਹ ਤੇ ਚੱਲਾਂਗੇ ਬਹੁਤ ਕੁਝ ਛੱਡਣਾ ਪਵੇਗਾ, ਤਿਆਗਣਾ ਪਵੇਗਾ, ਕਿਉਂਕਿ ਗੁਰਮਤਿ ਹੈ ਹੀ ਤਿਆਗ ਦਾ ਨਾਮ ਹੈ। ਗੁਰਮਤਿ ਪ੍ਰੇਮ ਸਿਖਾਉਂਦੀ ਹੈ ਤੇ ਪ੍ਰੇਮ ਦਾ ਦੂਜਾ ਨਾਮ ਤਿਆਗ ਹੈ। ਜਿਵੇਂ ਜਿਵੇਂ ਗੁਰੂ ਜੀ ਨਾਲ ਪ੍ਰੇਮ ਬਣਦਾ ਜਾਂਦਾ ਹੈ, ਗੁਰਬਾਣੀ ਨਾਲ ਪ੍ਰੇਮ ਬਣਦਾ ਜਾਂਦਾ ਹੈ, ਸਤਿਗੁਰੂ ਕੇ ਸ਼ਬਦ ਜੀਵਨ ਵਿੱਚ ਵਸਦੇ ਜਾਂਦੇ ਨੇ, ਮੋਹ ਦੀ ਪਕੜ ਢਿੱਲੀ ਹੁੰਦੀ ਜਾਂਦੀ ਹੈ। ਮਨੁੱਖ ਜਿਹੜਾ ਪਹਿਲਾਂ ਆਪਣੇ ਘਰ ਨੂੰ ਭਰਨ ਵਿੱਚ ਲੱਗਾ ਸੀ, ਹੁਣ ਦੇਣ ਤੇ ਤੁਰ ਪੈਂਦਾ ਹੈ, ਛੱਡਣ ਤੇ ਤੁਰ ਪੈਂਦਾ ਹੈ, ਵੰਡਣ ਤੇ ਤੁਰ ਪੈਂਦਾ ਹੈ, ਸਭ ਕੁਝ ਵੰਡਣ ਲੱਗ ਪੈਂਦਾ ਹੈ। ਹੁਣ ਐਸੇ ਗੁਣ ਨੂੰ ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਨੇ ਪ੍ਰਵਾਨ ਕੀਤਾ। ਤੋ ਇਹ ਗੱਲ ਮੈਂ ਤਾਂ ਸ਼ੁਰੂਆਤੀ ਤੌਰ ਤੇ ਬੇਨਤੀ ਕੀਤੀ ਹੈ ਕਿ ਗੁਰਬਾਣੀ ਨੂੰ ਸਮਝਣਾ ਤੇ ਉਹਨੂੰ ਜੀਵਨ ਵਿੱਚ ਵਸਾਉਣਾ ਮੇਨ ਪਰਪਸ ਹੈ, ਮੇਨ ਮੰਤਵ ਹੈ ਕਿ ਸਾਡੀ ਜ਼ਿੰਦਗੀ ਗੁਰੂ ਦੀ ਮੱਤ ਤੇ ਤੁਰ ਪਵੇ। ਇਸੇ ਕਰਕੇ ਆਪਾਂ ਰਲ ਮਿਲ ਕੇ ਕਿਸੇ ਬਹਾਨੇ ਰੋਜ਼ਾਨਾ ਇੱਕ ਸ਼ਬਦ ਨਾਲ ਜੁੜਦੇ ਹਾਂ। ਸੋ ਅੱਜ ਦਾ ਜਿਹੜਾ ਪਾਵਨ ਸ਼ਬਦ ਆ ਸ਼੍ਰੀ ਰਾਗ ਦਾ ਪਾਵਨ ਸ਼ਬਦ ਹੈ, ਜਿਹਦੇ ਰਹਾਉ ਦੇ ਬੰਦ ਦੇ ਵਿੱਚ ਸਤਿਗੁਰੂ ਜੀ ਕਿਰਪਾ ਕਰ ਰਹੇ ਨੇ। ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੁਣ ਭਾਈ ਰੇ ਸੰਬੋਧਨ ਕੀਤਾ ਹੈ। ਭਗਤਹੀਣ ਤੱਤੇ ਨੂੰ ਸਿਹਾਰੀ ਹੈ, ਭੱਬਾ ਗੱਗਾ ਤੱਤੇ ਨੂੰ ਸਿਹਾਰੀ, ਅੱਗੇ ਹਾਹੇ ਨੂੰ ਬਿਹਾਰੀ, ਨਾਣੇ ਦੇ ਥੱਲੇ ਔਂਕੜ ਹੈ। ਭਗਤਹੀਣ ਦਾ ਅਰਥ ਹੈ ਭਗਤੀ ਤੋਂ ਵਿਹੂਣਾ। ਹੁਣ ਕਿਹੜੀ ਭਗਤੀ ਤੋਂ ਵਿਹੂਣਾ? ਚੌਂਕੜੇ ਮਾਰਨ ਵਾਲੀ ਭਗਤੀ ਦੀ ਗੱਲ ਪਾਤਸ਼ਾਹ ਜੀ ਕਰ ਰਿਹਾ ਹੈ।
ਭੋਰਿਆਂ ਵਿੱਚ ਬਹਿ ਕੇ ਭਗਤੀ ਦੀ ਬਾਤ ਕਰ ਰਹੇ ਨੇ, ਭਾਈ ਤੂੰ ਘਰ-ਬਾਰ ਛੱਡ ਦੇ ਤੇ ਜਾ ਕੇ ਕਲੰਦਰਾਂ ਵਿੱਚ ਬਹਿ ਜਾ, ਇਹ ਤੇਰੀ ਭਗਤੀ ਹੈ? ਨਹੀਂ। ਭਗਤੀ ਕੀ ਹੈ? ਸਮਰਪਣ। ਹੁਣ ਇੱਕ ਸਟੂਡੈਂਟ ਦੀ ਭਗਤੀ ਹੈ ਕਿ ਉਹ ਆਪਣੀਆਂ ਵਿਦਿਆ ਨੂੰ ਸਮਰਪਿਤ ਹੈ, ਉਹ ਦਿਨ ਰਾਤ ਆਪਣੀ ਮਿਹਨਤ ਕਰ ਰਿਹਾ ਹੈ ਕਿ ਮੈਂ ਚੰਗੇ ਨੰਬਰ ਲਿਆਉਣੇ ਹਨ ਤੇ ਮੈਂ ਪਾਸ ਹੋਣਾ ਹੈ। ਉਹ ਆਪਣੀ ਵਿਦਿਆ ਦੀ ਭਗਤੀ ਕਰ ਰਿਹਾ ਹੈ, ਉਹਦੀ ਭਗਤੀ ਹੈ, ਮਿਹਨਤ ਕਰ ਰਿਹਾ ਹੈ ਕਾਬਲ ਬਣਨ ਦੀ। ਮਾਂ ਦੀ ਭਗਤੀ ਹੈ ਕਿ ਉਹ ਸਵੇਰੇ ਉੱਠਦੀ ਹੈ, ਆਪਣੇ ਬੱਚੇ ਨੂੰ ਤਿਆਰ ਕਰਦੀ ਹੈ, ਬੜੇ ਪਿਆਰ ਦੇ ਨਾਲ ਉਹਨੂੰ ਸਕੂਲ ਤੱਕ ਛੱਡ ਕੇ ਆਉਂਦੀ ਹੈ, ਉਹਦੇ ਭੋਜਨ ਦਾ ਪ੍ਰਬੰਧ ਕਰਦੀ ਹੈ। ਮਾਂ ਦੀ ਭਗਤੀ ਹੈ। ਪਿਤਾ ਦੀ ਭਗਤੀ ਹੈ ਕਿ ਉਹਨੇ ਕੀ ਕਰਨਾ ਹੈ, ਉਹਨੇ ਉਸ ਪ੍ਰਬੰਧ ਨੂੰ ਤਿਆਰ ਕਰਨਾ ਹੈ ਜਿਹੜਾ ਪ੍ਰਬੰਧ ਘਰ ਨੂੰ ਵਧੀਆ ਤਰੀਕੇ ਨਾਲ ਚਲਾ ਸਕੇ। ਹੁਣ ਇਹ ਸਾਰੇ ਆਪੋ ਆਪਣੇ ਕਰਮ ਕਰ ਰਹੇ ਨੇ, ਪਰ ਇਸ ਭਗਤੀ ਦੇ ਵਿੱਚ ਜੇ ਗੁਰਮਤਿ ਵਸ ਜਾਵੇ, ਜੇ ਪਿਤਾ ਦੀ ਕਿਰਤ ਦੇ ਵਿੱਚ ਗੁਰਮਤਿ ਦੀ ਕਿਰਤ ਬਣ ਜਾਵੇ, ਜੇ ਪਿਤਾ ਦੀ ਕਿਰਤ ਗੁਰੂ ਉਪਦੇਸ਼ ਤੇ ਚੱਲ ਕੇ ਮਾਨਵਤਾ ਦੇ ਭਲੇ ਦੀ ਬਣ ਜਾਵੇ, ਮਿਹਨਤ ਤੇ ਕਰਨੀ ਹੈ, ਰੋਟੀ ਤੇ ਕਮਾਉਣੀ ਹੈ, ਪਰ ਸੱਚ ਦੀ ਕਮਾਈ ਕਰਨ ਲੱਗ ਪਵੇ, ਜੇ ਗੁਰੂ ਦੇ ਸ਼ਬਦ ਉਸ ਭਗਤੀ ਦੇ ਵਿੱਚ ਲੀਨ ਹੋ ਜਾਣ ਤੇ ਗੁਰੂ ਦੇ ਸਿੱਖ ਦੀ ਕਿਰਤ ਧਰਮ ਦੀ ਬਣ ਜਾਵੇ, ਸੁਕਿਰਤ ਬਣ ਜਾਵੇ, ਹੁਣ ਉਸ ਭਗਤੀ ਤੋਂ, ਉਸ ਧਰਮ ਦੀ ਸੁਕਿਰਤ ਤੋਂ ਆਇਆ ਹੋਇਆ ਪੈਸਾ ਘਰ ਵਿੱਚ ਬਰਕਤ ਲੈ ਕੇ ਆਵੇਗਾ। ਹੁਣ ਜਿਹੜੀ ਮਾਂ ਉਸ ਬਰਕਤ ਦੇ ਭੋਜਨ ਦੇ ਵਿੱਚੋਂ ਪ੍ਰਸ਼ਾਦਾ ਆਪਣੇ ਪੁੱਤਰ ਨੂੰ ਬਣਾ ਕੇ ਖਵਾਵੇਗੀ, ਉਹਦੇ ਅੰਦਰ ਵੀ ਉਹ ਭਗਤੀ ਦੇ ਗੁਣ ਜਾਣਗੇ, ਸੱਚ ਦੇ ਗੁਣ ਜਾਣਗੇ। ਹੁਣ ਉਹ ਬੱਚਾ ਵਿਦਿਆ ਨੂੰ ਆਪਣੀ ਇਮਾਨਦਾਰੀ ਨਾਲ ਜਿਹੜੀ ਭਗਤੀ ਕਰਕੇ ਪੜ੍ਹ ਰਿਹਾ ਹੈ, ਜਦੋਂ ਉਸ ਭਗਤੀ ਵਿੱਚ ਮਾਂ ਦੀਆਂ ਲੋਰੀਆਂ ਦੇ ਨਾਲ ਗੁਰੂ ਸ਼ਬਦ ਦੀਆਂ ਲੋਰੀਆਂ ਪੈ ਜਾਣਗੀਆਂ, ਉਹ ਬੱਚਾ ਜੇ ਡਾਕਟਰ ਬਣੂਗਾ ਨਾ ਤੇ ਉਹ ਆਪਣੇ ਮਰੀਜ਼ਾਂ ਦਾ ਭਲਾ ਕਰਨ ਵਾਲਾ ਵੈਦ ਬਣੇਗਾ, ਉਹ ਉਹਨਾਂ ਦੇ ਕੰਮ ਆਉਣ ਵਾਲਾ ਵੈਦ ਬਣੇਗਾ, ਉਹਨਾਂ ਦਾ ਦੁੱਖ ਦਰਦ ਵੰਡਾਉਣ ਵਾਲਾ ਵੈਦ ਬਣੇਗਾ। ਹੁਣ ਜੇ ਇੱਕ ਗੁਰਮਤ ਦੇ ਦਾਇਰੇ ਦੇ ਵਿੱਚ ਅਸੀਂ ਤੁਰਨ ਲੱਗ ਪਈਏ, ਸਤਿਗੁਰੂ ਜੀ ਨੇ ਮਾਲਾ ਫੜ ਕੇ ਚੌਂਕੜੇ ਮਾਰਨ ਵਾਲੇ ਭਗਤਾਂ ਨੂੰ ਪ੍ਰਵਾਨ ਨਹੀਂ ਕੀਤਾ। ਬੜੇ ਤੁਰੇ ਫਿਰਦੇ ਸਨ, ਕੋਈ ਪਹਾੜਾਂ ਦੀਆਂ ਕਲੰਦਰਾਂ ਵਿੱਚ ਤੁਰਿਆ ਫਿਰਦਾ ਸੀ, ਸਤਿਗੁਰੂ ਜੀ ਨੇ ਫੜ ਫੜ ਕੇ ਲਿਆਂਦੇ, ਆਓ ਚਲੀਏ ਸੰਸਾਰ ਦੇ ਵਿੱਚ ਜਾ ਕੇ ਲੋਕਾਂ ਨੂੰ ਸੱਚ ਨਾਲ ਜੋੜੀਏ। ਕਿਉਂਕਿ ਭਾਈ ਗੁਰਦਾਸ ਜੀ ਦੀ ਆਪਾਂ ਪੌੜੀ ਸਰਵਣ ਕੀਤੀ ਆ ਨਾ, ਜਿਹਦੇ ਵਿੱਚ ਕਹਿੰਦੇ ਨੇ ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਕਹਿੰਦੇ ਤੁਹਾਨੂੰ ਭਗਤੀ ਦੀ ਬਾਤ ਸਮਝ ਆਈ, ਤੁਸੀਂ ਗੁਫਾਵਾਂ ਦੇ ਵਿੱਚ ਆ ਕੇ ਛੁਪ ਕੇ ਬਹਿ ਗਏ, ਆਓ ਨਾਲ ਚਲੋ ਸਾਡੇ, ਆਪਾਂ ਜਾ ਕੇ ਲੋਕਾਂ ਨੂੰ ਸੰਸਾਰ ਵਿੱਚ ਸੱਚ ਨਾਲ ਜੋੜੀਏ, ਉਹਨਾਂ ਨੂੰ ਭਗਤ ਦੇ ਸਹੀ ਅਰਥ ਸਮਝਾਈਏ। ਹੁਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕਹਿੰਦੇ ਭਗਤਹੀਣ ਕਾਹੇ ਜਗ ਆਇਆ। ਹੁਣ ਭਗਤਹੀਣ ਦੇ ਅਰਥ ਸਮਝੀਏ, ਕਿਹੜੀ ਭਗਤੀ ਤੋਂ ਹੀਣਾ? ਭਗਤੀ ਕਿਹਦੀ ਹੈ? ਇੱਕ ਅਕਾਲ ਪੁਰਖ ਨੂੰ ਸਮਰਪਣ ਹੋ ਜਾਣਾ। ਭਗਤ ਦਾ ਅਰਥ ਹੈ ਸਰੈਂਡਰ, ਸਮਰਪਣ, ਆਪਣੀ ਮੱਤ ਛੱਡ ਦਿੱਤੀ ਹੈ, ਪੂਰਨ ਤਰੀਕੇ ਨਾਲ ਸਮਰਪਣ ਕਰ ਦਿੱਤਾ ਹੈ। ਬਸ ਜੋ ਮੇਰਾ ਆਕਾ, ਜੋ ਮੇਰਾ ਗੁਰੂ ਕਹਿ ਰਿਹਾ, ਬਸ ਉਹੀ ਠੀਕ ਆ। ਤੁਸੀਂ ਅੰਨੇ ਭਗਤ ਤੇ ਵੇਖੇ ਹੀ ਹੋਣਗੇ, ਇਹ ਵੀ ਭਗਤੀ ਦੀ ਕਰ ਰਿਹਾ ਹੈ ਨਾ। ਕੋਈ ਲੀਡਰ ਦਾ ਅੰਨਾ ਭਗਤ ਆ, ਉਸ ਭਗਤੀ ਦੇ ਵਿੱਚ ਲੱਗਾ, ਉਹ ਕਹਿੰਦਾ ਬਸ ਮੇਰਾ ਸਭ ਕੁਝ ਆ ਲੀਡਰ ਹੀ ਹੈ, ਆ ਪਾਰਟੀ ਹੈ ਸਭ ਕੁਝ। ਸਤਿਗੁਰੂ ਗੁਰਦੇਵ ਜੀ ਕਹਿੰਦੇ ਪਰ ਸੱਚੀ ਭਗਤੀ ਹੈ ਪ੍ਰਮਾਤਮਾ ਦੀ ਭਗਤੀ। ਮੈਂ ਪ੍ਰਮਾਤਮਾ ਨੂੰ ਸਮਰਪਣ ਆ, ਪ੍ਰਮਾਤਮਾ ਨੂੰ ਸਮਰਪਿਤ ਕਰ ਦਿੱਤਾ ਹੈ ਆਪਣਾ ਸਭ ਕੁਝ। ਹੁਣ ਪਰਿਪੂਰਨ ਪ੍ਰਮਾਤਮਾ ਦੀ ਜੇ ਮੈਂ ਗੁਣਾਂ ਨੂੰ ਜੀਵਨ 'ਚ ਨਹੀਂ ਵਸਾਉਂਦਾ ਤੇ ਸੰਸਾਰ ਦੀ ਕਾਰ ਵਿਹਾਰ ਵਿੱਚ ਲੱਗਾ ਹੈ, ਕਿਰਤ ਵੀ ਕਰ ਰਹੇ ਹਾਂ, ਸਭ ਕੁਝ ਕਰ ਰਹੇ ਹਾਂ, ਪਰ ਉਹ ਕਿਰਤ ਦੇ ਵਿੱਚ ਸੱਚ ਨਹੀਂ ਹੋਊਗਾ, ਉਹ ਕਿਰਤ ਬੇਈਮਾਨੀ ਦੀ ਹੋਊਗੀ। ਜੇ ਉਹ ਕਿਰਤ ਬੇਈਮਾਨੀ ਦੀ ਹੈ, ਮੇਰੇ ਬੱਚਿਆਂ ਦੇ ਵਿੱਚ ਬੇਈਮਾਨੀ ਦਾ ਭੋਜਨ ਜਾਵੇਗਾ। ਬੇਈਮਾਨੀ ਦਾ ਭੋਜਨ ਜਦੋਂ ਮੇਰੇ ਘਰ ਦੀ ਖੁਰਾਕ ਵਿੱਚ ਜਾਵੇਗਾ, ਮੇਰੀ ਮੱਤ ਉਸ ਭੋਜਨ ਦੇ ਨਾਲ ਤਬਦੀਲ ਹੋਵੇਗੀ, ਮੇਰੇ ਬੱਚਿਆਂ ਦੀ ਮੱਤ ਦੇ ਵਿੱਚ ਸ਼ੈਤਾਨੀ ਬਿਰਤੀਆਂ ਆਉਣਗੀਆਂ। ਫਿਰ ਮੈਂ ਇੱਕ ਵਿਦਿਆ ਦੇ ਕੇ ਉਹਨਾਂ ਨੂੰ ਵੈਦ ਤੇ ਬਣਾ ਦੂੰਗਾ, ਪਟਵਾਰੀ ਤੇ ਬਣਾ ਦੂੰਗਾ, ਤਹਿਸੀਲਦਾਰ ਵੀ ਬਣਾ ਦੂੰਗਾ, ਅਧਿਆਪਕ ਵੀ ਸ਼ਾਇਦ ਬਣਾ ਦੇਵਾਂ, DC ਵੀ ਬਣਾ ਦੇਵਾਂ, ਜੱਜ ਵੀ ਬਣਾ ਦੇਵਾਂ, ਪਰ ਇਨਸਾਨ ਨਹੀਂ ਬਣਾ ਪਾਵਾਂਗਾ, ਗੁਰਮੁਖ ਨਹੀਂ ਬਣਾ ਪਾਵਾਂਗਾ। ਹੁਣ ਸਤਿਗੁਰੂ ਕਹਿੰਦੇ ਭਾਈ ਰੇ ਭਗਤਹੀਣ ਕਾਹੇ ਜਗ ਆਇਆ। ਹੇ ਭਾਈ, ਜਿਹੜਾ ਮਨੁੱਖ ਪਰਿਪੂਰਨ ਪਰਮਾਤਮਾ ਦੇ ਪ੍ਰੇਮ ਤੋਂ ਸਖਣਾ ਹੈ, ਜਿਨੇ ਪਰਿਪੂਰਨ ਪਰਮਾਤਮਾ ਤੇ ਵਿਸ਼ਵਾਸ ਹੀ ਨਹੀਂ ਕੀਤਾ, ਉਸ ਦਾਤੇ ਦੀ ਕਦੀ ਮੁਥਾਜੀ ਨਹੀਂ ਕੀਤੀ, ਜਿਹੜਾ ਦਾਤਾ ਇਹਨੂੰ ਬਚਪਨ ਤੋਂ ਲੈ ਕੇ ਸਾਰੇ ਗਿਆਨ ਇੰਦਰੇ, ਕਰਮ ਇੰਦਰੇ ਦੇ ਕੇ ਇਹਨੂੰ ਧਰਤੀ ਤੇ ਭੇਜਿਆ, ਜਿਹੜਾ ਅੱਜ ਤੱਕ ਇਹਦੇ ਨਾਲ ਖਲੋਤਾ ਹੈ, ਇਹਨੇ ਕਦੀ
ਉਹਦੀ ਭਗਤੀ ਨਹੀਂ ਕੀਤੀ, ਉੱਤੇ ਕਦੀ ਅੰਨਾ ਵਿਸ਼ਵਾਸ ਨਹੀਂ ਕੀਤਾ। ਅਸੀਂ ਕਦੀ ਰੱਬ ਤੇ ਕਿਤੇ ਅੰਨਾ ਵਿਸ਼ਵਾਸ ਕੀਤਾ ਹੈ, ਜਿਹਨੂੰ ਕਹਿੰਦੇ ਬਲਾਈਂਡ ਫੇਥ? ਕਿਉਂਕਿ ਰੱਬ ਅੰਨਾ ਨਹੀਂ ਆ ਨਾ। ਸਾਡਾ ਤੇ ਅੰਨਾ ਵਿਸ਼ਵਾਸ ਚੰਦ ਕੁ ਸੰਸਾਰੀ ਲੋਕਾਂ ਤੇ ਹੈ। ਚਾਹੀਦਾ ਤੇ ਇਹ ਸੀ ਕਿ ਪ੍ਰਮਾਤਮਾ ਤੇ ਵਿਸ਼ਵਾਸ ਕਰਦੇ, ਭਰੋਸਾ ਕਰਦੇ, ਪਰ ਪ੍ਰਮਾਤਮਾ ਨੂੰ ਕੋਈ ਵੀ ਸ਼ੁਕਰਾਨਾ ਨਿਰੰਕਾਰ ਦਾ ਨਹੀਂ ਕਰਦਾ, ਕਿਉਂਕਿ ਮਨੁੱਖ ਆਪਣੀ ਵੱਖਰੀ ਹੋਂਦ ਪ੍ਰਮਾਤਮਾ ਤੋਂ ਬਣਾ ਕੇ ਬੈਠਾ ਹੈ ਕਿ ਇਹ ਸਭ ਕੁਝ ਖਨੀ ਮੈਂ ਆਪਣੀ ਸਿਆਣਪ ਨਾਲ ਕੀਤਾ ਹੈ, ਮੈਂ ਕੀਤਾ ਹੈ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ। ਸਭ ਕਹਿੰਦੇ ਹੇ ਮੇਰੇ ਭਾਈ, ਜਿਹੜਾ ਮਨੁੱਖ ਪ੍ਰਮਾਤਮਾ ਦੀ ਭਗਤੀ ਤੋਂ, ਗਿਆਨ ਤੋਂ ਸਖਣਾ ਰਹਿ ਗਿਆ ਨਾ, ਉਸ ਨੂੰ ਜਗਤ ਵਿੱਚ ਫਿਰ ਆਉਣ ਦਾ ਕੋਈ ਜ਼ਿਆਦਾ ਲਾਭ ਨਹੀਂ ਸੀ। ਹੁਣ ਜਿਹੜੇ ਮਨੁੱਖ ਸਵੇਰੇ ਉੱਠ ਕੇ ਦੁਕਾਨਦਾਰੀ ਕੀਤੀ, ਕੰਮਕਾਰ ਕੀਤਾ, ਸ਼ਾਮ ਨੂੰ ਘਰ ਆ ਗਿਆ, 4 ਦਬਕੇ ਆਪਣੇ ਬੱਚਿਆਂ ਨੂੰ ਮਾਰ ਲੈ, 4 ਘਰ ਦੀ ਨੂੰ ਮਾਰ ਲੈ, ਤੇ ਸ਼ਾਮ ਨੂੰ ਖਾਣਾ ਪੀਣਾ ਪੀ ਕੇ ਸ਼ਰਾਬ ਦਾ ਪੈਗ ਲਾਇਆ ਤੇ ਸੌਂ ਗਿਆ, ਉਹਦਾ ਕੀ ਆਉਣ ਦਾ ਫਾਇਦਾ ਧਰਤੀ ਤੇ? ਜਿਨਨੇ ਕਦੀ ਕਿਸੇ ਦੁਖੀ ਦਰਦ ਦੇ ਕਦੀ ਅਥਰੂ ਨਹੀਂ ਪੂੰਝੇ, ਜਿੰਨੇ ਜਿਹੜੇ ਪੈਸੇ ਉਹ ਸ਼ਰਾਬ ਦੀਆਂ ਬੋਤਲਾਂ ਤੇ ਲਾਉਂਦਾ ਹੈ, ਉਨੇ ਪੈਸੇ ਜੇ ਕਿਸੇ ਇਮਾਨਦਾਰੀ ਦੇ ਨਾਲ ਕਿਸੇ ਭਲੇ ਪੁਰਸ਼ ਦੀ ਸੇਵਾ ਵਿੱਚ ਲਾ ਦਿੰਦਾ, ਕਿਸੇ ਗਰੀਬ ਨੂੰ ਕਿਤਾਬਾਂ ਲੈ ਦਿੰਦਾ, ਕਿਸੇ ਨੂੰ ਪੜ੍ਹਾਈ ਦਾ ਪ੍ਰਬੰਧ ਕਰ ਦਿੰਦਾ, ਉਹਦੇ ਉਹ ਪੈਸੇ ਸਫਲ ਹੋ ਜਾਣੇ ਸਨ। ਹੁਣ ਸਤਿਗੁਰੂ ਕਹਿੰਦੇ ਐਸੇ ਮਨੁੱਖ ਦਾ ਕੀ ਲਾਭ ਜਿਹੜਾ ਜਾਨਵਰਾਂ ਵਾਂਗੂ ਖਾਂਦਾ ਹੈ, ਜਾਨਵਰਾਂ ਵਾਂਗੂ ਸੌਂਦਾ ਹੈ, ਜਾਨਵਰਾਂ ਵਾਂਗੂ ਉੱਠਦਾ ਹੈ, ਬਸ ਉਹਦੀ ਜ਼ਿੰਦਗੀ ਤੇ ਇਸੇ ਆਲੇ ਦੁਆਲੇ ਬਸ ਸਰੀਰ ਹੀ ਮਨੁੱਖਤਾ ਦਾ ਹੈ। ਅੱਖਾਂ ਮਨੁੱਖ ਵਾਲੀਆਂ ਹੋਣਗੀਆਂ, ਸਰੀਰ ਮਨੁੱਖ ਵਾਲਾ ਹੈ, ਪਰ ਅੰਦਰ ਤੇ ਰਾਖਸ਼ ਵਸਦਾ ਪਿਆ ਹੈ, ਅੰਦਰ ਤੇ ਪਸ਼ੂ ਵਸਦਾ ਪਿਆ ਹੈ। ਐਸੇ ਮਨੁੱਖ ਦਾ ਜੀਵਨ ਕੋਈ ਲਾਭ ਦਾ ਨਹੀਂ, ਕੋਈ ਮਾਇਨੇ ਦਾ ਨਹੀਂ, ਕਿ ਉਹ ਕਿਸੇ ਦੇ ਕੰਮ ਹੀ ਨਹੀਂ ਕਦੀ ਆਇਆ। ਭਾਈ ਰੇ ਭਗਤ ਹੀਣ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ। ਹੁਣ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਦੇ ਸਮਝਾਉਣ ਦਾ ਇੱਕ ਬੜਾ ਪਿਆਰਾ ਤਰੀਕਾ ਹੈ। ਜਦੋਂ ਵੀ ਉਹ ਗੁਰੂ ਸ਼ਬਦ ਵਰਤਣਗੇ ਨਾ, ਤੇ ਨਾਲ ਸ਼ਬਦ ਜਾਂ ਪੂਰਾ ਲਾਉਣਗੇ। ਪੂਰਾ ਗੁਰੂ ਮਤਲਬ ਜਿਸ ਗੁਰੂ ਦੇ ਵਿੱਚ ਕੋਈ ਕਮੀ ਨਹੀਂ। ਜੇ ਆਪਾਂ ਦੇਹ ਨੂੰ ਗੁਰੂ ਮੰਨਾਂਗੇ ਨਾ, ਦੇਹ ਦੇ ਵਿੱਚ ਕਮੀਆਂ ਰਹਿਣਗੀਆਂ, ਕਿਉਂਕਿ ਦੇਹ ਦੇ ਵਿੱਚ ਵਿਕਾਰ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਅੱਜ ਅਸੀਂ ਕਹਿੰਦੇ ਆ ਸਾਡਾ ਦੇਹ ਕਰਕੇ ਗੁਰੂ ਹੈ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਕਿਤੇ ਵੀ ਦੇਹ ਨੂੰ ਗੁਰੂ ਕਹਿ ਕੇ ਪ੍ਰਮੋਟ ਨਹੀਂ ਕੀਤਾ। ਸਤਿਗੁਰੂ ਜੀ ਨੇ ਜਦੋਂ ਵੀ ਗੁਰੂ ਸ਼ਬਦ ਜੋੜਿਆ, ਬਾਣੀ ਗੁਰੂ ਗੁਰੂ ਹੈ ਬਾਣੀ। ਜਦੋਂ ਗੁਰੂ ਸ਼ਬਦ ਜੋੜਿਆ, ਸ਼ਬਦ ਗੁਰੂ ਦੇ ਨਾਲ ਜੋੜਿਆ, ਕਿਉਂਕਿ ਸ਼ਬਦ ਮੁਕੰਮਲ ਹੈ, ਗੁਰੂ ਦਾ ਸ਼ਬਦ ਪੂਰਨ ਹੈ। ਗੁਰੂ ਦੇ ਸ਼ਬਦ ਨੇ ਕਦੀ ਸਾਥ ਨਹੀਂ ਛੱਡਣਾ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮੁਕੰਮਲ ਹੈ, ਪੂਰਨ ਹੈ। ਸਤਿਗੁਰੂ ਗੁਰਦੇਵ ਜੀ ਮਹਾਰਾਜ ਜੀ ਦੇ ਕੋਲ ਬਹਿ ਕੇ ਪਿਆਰ ਹੀ ਪਿਆਰ ਮਿਲਣਾ ਹੈ। ਹੁਣ ਸਾਹਿਬ ਕਹਿੰਦੇ ਪੂਰੇ ਗੁਰ ਕੀ ਸੇਵ ਨਾ ਕੀਨੀ। ਹੁਣ ਕਿਵੇਂ ਨਹੀਂ ਕੀਤੀ ਪੂਰੇ ਗੁਰੂ ਦੀ ਸੇਵਾ? ਕਿਸੇ ਨੂੰ ਵੀ ਪੁੱਛ ਲਓ, ਹਰ ਮਨੁੱਖ ਨੇ ਪਤਾ ਨਹੀਂ ਕਿੰਨੇ ਰਮਾਲੇ ਗੁਰਦੁਆਰਾ ਸਾਹਿਬ ਚੜਾਏ ਹੋਣਗੇ, ਕਈਆਂ ਨੇ ਪਤਾ ਨਹੀਂ ਕਿੰਨੇ ਅਖੰਡ ਪਾਠ ਕਰਾਏ ਹੋਣਗੇ, ਜੋ ਸਰਦਾ ਬਣਦਾ ਪਤਾ ਨਹੀਂ ਕਈਆਂ ਨੇ ਸੇਵਾਵਾਂ ਵੀ ਬਹੁਤ ਕਰਾਈਆਂ ਹੋਣਗੀਆਂ। ਕਿਸੇ ਨੇ ਲੈਂਟਰ ਪਵਾਤਾ ਹੋਵੇਗਾ ਗੁਰਦੁਆਰੇ ਦਾ, ਕਿਸੇ ਨੇ ਕਮਰੇ ਦੀਆਂ ਟਾਈਲਾਂ ਲਵਾ ਦਿੱਤੀਆਂ ਹੋਣਗੀਆਂ। ਕੀ ਇਹ ਸੇਵਾ ਦੀ ਗੱਲ ਗੁਰੂ ਸਾਹਿਬ ਕਰ ਰਹੇ ਨੇ? ਇਹ ਤੇ ਹਰ ਮਨੁੱਖ ਫਿਰ ਕਰਨ ਦੀ ਕੋਸ਼ਿਸ਼ ਕਰਦਾ ਹੈ, ਪੈਸੇ ਦੇ ਨਾਲ ਕਰ ਹੀ ਲੈਂਦਾ ਹੈ ਉਹ। ਪਰ ਗੁਰੂ ਅਮਰਦਾਸ ਸਾਹਿਬ ਜੀ ਇੱਥੇ ਉਸ ਸੇਵਾ ਦੀ ਗੱਲ ਨਹੀਂ ਕਰ ਰਹੇ। ਸਾਹਿਬ ਕਹਿੰਦੇ ਪੂਰੇ ਗੁਰ ਕੀ ਸੇਵ ਨਾ ਕੀਨੀ। ਇਸ ਮਨੁੱਖ ਨੇ ਪੂਰੇ ਸਾਹਿਬ ਗੁਰੂ ਸ਼ਬਦ ਦੇ ਗਿਆਨ ਨੂੰ, ਜਿਹੜੀ ਸੇਵਾ ਗੁਰੂ ਦੀ ਕੀ ਹੈ, ਗੁਰੂ ਦੇ ਸ਼ਬਦ ਨੂੰ ਜੀਵਨ ਦੇ ਵਿੱਚ ਵਸਾਉਣਾ, ਗੁਰੂ ਦੀ ਮੱਤ, ਗੁਰੂ ਕੇ ਉਪਦੇਸ਼ਾਂ ਤੇ ਤੁਰਨਾ। ਇੱਕ ਦੰਤ ਕਥਾ ਕਹਿੰਦੇ ਆ ਨਾ, ਕਹਿੰਦੇ ਕੋਈ ਮਨੁੱਖ ਸੀ, ਉਹਨੇ ਕੋਈ ਗੁਰੂ ਧਾਰ ਲਿਆ ਤੇ ਉਹ ਆਪਣੇ ਗੁਰੂ ਦੇ ਕੋਲ ਆ ਕੇ ਰਹਿਣ ਲੱਗ ਪਿਆ। ਇੱਕ ਦਿਨ ਬਰਸਾਤ ਪੈਣ ਦਾ ਮੌਸਮ ਆਇਆ ਤੇ ਗੁਰੂ ਕਹਿੰਦਾ ਹੈ ਵੀ ਬੱਚਿਆ ਜਾ ਇੰਜ ਕਰ, ਜੰਗਲ ਦੇ ਵਿੱਚੋਂ ਥੋੜ੍ਹੀਆਂ ਜਿਹੀਆਂ ਲੱਕੜਾਂ ਇਕੱਠੀਆਂ ਕਰ ਲਿਆ, ਬਰਸਾਤ ਦਾ ਟਾਈਮ ਆ। ਤੇ ਹੁਣ ਉਹ ਸ਼ਿਸ਼ਯ ਕੀ ਕਹਿੰਦਾ, ਸਤਿਗੁਰੂ ਜੀ ਮੇਰਾ ਤੁਹਾਡੇ ਨਾਲ ਪਿਆਰ ਹੈ ਗੁਰੂ ਜੀ, ਜੇ ਮੈਂ ਗਿਆ ਮੇਰੀ ਪਿੱਠ ਤੁਹਾਡੇ ਵੱਲ ਹੋ ਜਾਣੀ ਹੈ, ਮੈਂ ਕਿਉਂ ਜਾਵਾਂ? ਫਿਰ ਉਹ ਵਿਚਾਰਾ ਗੁਰੂ ਫਿਰ ਕਹਿੰਦਾ ਇੰਜ ਕਰ ਭਈ ਜਲ ਜੇ ਨਹੀਂ ਤੇ ਛੱਤ ਤੇ ਮਿੱਟੀ ਪਾ ਦੇ, ਥੋੜੀ ਜੀ ਬਰਸਾਤ ਪਵੇਗੀ, ਪਾਣੀ ਅੰਦਰ ਆਵੇਗਾ। ਕਹਿੰਦਾ ਜੀ ਮੈਂ ਤੁਹਾਡੇ ਵਾਸਤੇ ਤੁਹਾਡੇ ਸਿਰ ਤੇ ਚੜ ਜਾਵਾਂ, ਤੁਸੀਂ ਥੱਲੇ ਤੇ ਮੈਂ ਛੱਤ ਤੇ।
ਸਾਡੀਆਂ ਵੀ ਤੇ ਇਹੀ ਲੜਾਈਆਂ ਨੇ ਨਾ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਥੱਲੇ ਨੇ, ਛੱਤ ਉੱਤੇ ਕਿਉਂ ਚੜੇ ਫਿਰਦੇ ਸੀ ਤੁਸੀਂ ਭਾਈ? ਤੁਸੀਂ ਗੁਰੂ ਸਾਹਿਬ ਵੱਲ ਪਿੱਠ ਕਿਉਂ ਕਰ ਲਈ? ਆਹੀ ਲੜਾਈਆਂ ਨੇ ਨਾ ਸਾਡੇ ਅੱਜ ਵੀ। ਮਾਫ ਕਰਨਾ, ਸਤਿਕਾਰ ਅਦਬ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਜ਼ਰੂਰੀ ਹੈ, ਇਹ 'ਚ ਕੋਈ ਦੂਸਰੀ ਰਾਏ ਨਹੀਂ, ਪਰ ਲੜਾਈਆਂ ਤੇ ਸਾਡੀਆਂ ਇਸੇ ਮੰਤਵ ਤੇ ਨੇ। ਫਿਰ ਅਗਲੀ ਗੱਲ, ਇਹਨੇ ਨੂੰ ਕੋਈ ਭੋਜਨ ਲੈ ਕੇ ਆਇਆ ਤੇ ਹੁਣ ਉਹ ਕਹਿੰਦਾ, ਗੁਰੂ ਕਹਿੰਦਾ ਭਈ ਆ ਕੇ ਸਿੱਖਾ ਭੋਜਨ ਛਕ ਲਾ। ਕਹਿੰਦਾ ਜੀ 2 ਬਚਨ ਤੁਹਾਡੇ ਮੋੜ ਤੇ, ਤੀਜਾ ਨਹੀਂ ਮੋੜਨਾ। ਅੱਜ ਸਾਡੀ ਵੀ ਜ਼ਿੰਦਗੀ ਇੱਥੇ ਹੀ ਹੈ। ਗੁਰੂ ਜੀ ਦੇ ਬਚਨ, ਗੁਰੂ ਦੇ ਉਪਦੇਸ਼ ਨਹੀਂ ਫਾਲੋ ਕਰ ਰਿਹਾ। ਲੜਾਈਆਂ ਇੱਥੇ ਆ, ਪ੍ਰਕਰਮਾਂ 4 ਕਰਨੀਆਂ ਕਿ 5 ਕਰਨੀਆਂ ਨੇ। ਲੜਾਈਆਂ ਇੱਥੇ ਆ, ਗੁਰੂ ਸਾਹਿਬ ਦੇ ਪਿੱਛੇ ਜਾ ਕੇ ਮੱਥਾ ਟੇਕਣਾ, ਰੁਮਾਲਾ ਚੁੱਕ ਕੇ ਗੁਰੂ ਸਾਹਿਬ ਨੂੰ ਵੇਖਣਾ। ਲੜਾਈਆਂ ਇੱਥੇ ਹੈ ਕਿ ਤੂੰ ਮੱਥਾ ਕਿਉਂ ਨਹੀਂ ਟੇਕਿਆ, ਤੂੰ ਪਿੱਠ ਕਰਕੇ ਕਿਉਂ ਗੁਰੂ ਜੀ ਵੱਲ ਬੈਠਾ। ਪਰ ਕੀ ਅਸੀਂ ਸਤਿਗੁਰੂ ਗੁਰਦੇਵ ਦੇ ਉਪਦੇਸ਼ ਫਾਲੋ ਕੀਤੇ ਨੇ? ਜੇ ਅੱਜ ਫਾਲੋ ਕੀਤੇ ਹੁੰਦੇ ਨਾ ਤੇ ਸਿੱਖ ਦੀ ਪੱਗ ਨਾ ਲਾਉਂਦਾ ਹੁੰਦਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਏ। ਗੁਰਮੁਖ, ਹੁਣ ਗੁਰਮੁਖ ਸ਼ਬਦ ਆਇਆ ਹੈ, ਖੱਖੇ ਨੂੰ ਸਿਹਾਰੀ ਆਇਆ ਹੈ। ਗੁਰਮੁਖ ਦਾ ਅਰਥ ਹੈ ਗੁਰੂ ਜੀ ਦੇ ਰਾਹੀਂ, ਗੁਰੂ ਜੀ ਦੇ ਨਾਲ। ਕੀਜੇ ਦਾ ਅਰਥ ਹੈ ਕੀਤੀ ਜਾ ਸਕਦੀ ਹੈ। ਸਭ ਕਹਿੰਦੇ ਜੇ ਤੂੰ ਪਰਿਪੂਰਨ ਪ੍ਰਮਾਤਮਾ ਨੂੰ ਸਮਝਣਾ ਚਾਹੁੰਦਾ ਹੈ ਕਿ ਉਹ ਰੱਬ ਕਿਹੋ ਜਿਹਾ ਹੈ, ਕਿਉਂਕਿ ਰੱਬ ਦੇ ਉੱਤੇ ਬੜੇ ਭੁਲੇਖੇ ਪਾਏ ਗਏ ਸਨ। ਜਿਹੜੇ ਪ੍ਰਾਤਨ ਜਿਹੜੇ ਧਰਮੀ ਲੋਕ ਅਖਾਉਣ ਵਾਲੇ ਸਨ ਨਾ, ਜਿਨ੍ਹਾਂ ਨੇ ਧਰਮ ਦੇ ਲਿਬਾਸ ਓੜੇ ਸਨ, ਉਹਨਾਂ ਨੇ ਰੱਬ ਨੂੰ ਪਤਾ ਨਹੀਂ ਕਿੰਨਿਆਂ ਹਿੱਸਿਆਂ 'ਚ ਵੰਡਿਆ ਸੀ। ਪਤਾ ਨਹੀਂ ਰੱਬ ਨੂੰ ਕਿਹੋ ਜਿਹੇ ਸ਼ਬਦਾਂ ਵਿੱਚ ਪਰਿਭਾਸ਼ਿਤ ਕੀਤਾ ਸੀ। ਗੁਰੂ ਨਾਨਕ ਸਾਹਿਬ ਜੀ ਨੇ ਰੱਬ ਨੂੰ ਸੌਖੇ ਸ਼ਬਦਾਂ ਵਿੱਚ ਡਿਫਾਈਨ ਕੀਤਾ, ਮੂਲ ਮੰਤਰ ਦੇ ਵਿੱਚ ਡਿਫਾਈਨ ਕੀਤਾ, ਪੂਰੇ ਦੇ ਪੂਰੇ ਗੁਰੂ ਗ੍ਰੰਥ ਸਾਹਿਬ 'ਚ ਡਿਫਾਈਨ ਕੀਤਾ। ਇਸੇ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ, ਜੇ ਤੂੰ ਸਹੀ ਤਰੀਕੇ ਨਾਲ ਰੱਬ ਨੂੰ ਜਾਣਨਾ ਚਾਹੁੰਦਾ, ਪਰਮਾਤਮਾ ਨੂੰ ਪਹਿਚਾਨਣਾ ਚਾਹੁੰਦਾ, ਸਭ ਤੋਂ ਪਹਿਲਾਂ ਤੇ ਤੈਨੂੰ ਉਹਦੀ ਆਈਡੀ ਪਤਾ ਹੋਣੀ ਚਾਹੀਦੀ ਹੈ ਨਾ, ਵੀ ਜਿਹਦੀ ਤੂੰ ਸੇਵਾ ਕਰਨੀ ਹੈ। ਹੁਣ ਉਹ ਆਈਡੀ, ਉਹਦੀ ਪਹਿਚਾਣ ਤੈਨੂੰ ਕੌਣ ਦਊਗਾ? ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਉਪਦੇਸ਼, ਗੁਰੂ ਦੀ ਬਾਣੀ ਦਊਗੀ ਤੈਨੂੰ ਕਿ ਉਹ ਰੱਬ ਕਿਹੋ ਜਿਹਾ ਹੈ। ਹੁਣ ਪ੍ਰਮਾਤਮਾ ਨੂੰ ਜੇ ਜਾਣਨਾ ਹੈ ਤੇ ਸਤਿਗੁਰੂ ਗੁਰੂ ਜੀ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰਾਂ ਨੂੰ, ਗੁਰੂ ਜੀ ਦੇ ਉਪਦੇਸ਼ਾਂ ਨੂੰ ਜੀਵਨ 'ਚ ਵਸਾਉਣਾ ਪਵੇਗਾ। ਗੁਰਮੁਖ ਕਿਰਪਾ ਕਰੇ ਭਗਤ ਕੀਜੈ, ਬਿਨ ਗੁਰ ਭਗਤ ਨਾ ਹੋਈ। ਪਰਿਪੂਰਨ ਪ੍ਰਮਾਤਮਾ ਨੂੰ ਗੁਰੂ ਦੇ ਰਾਹੀਂ, ਗੁਰੂ ਦੇ ਸਿੱਖ ਦੇ ਉੱਤੇ ਕਿਰਪਾ ਬਣਦੀ ਹੈ। ਗੁਰੂ ਜੀ ਆਪਣਾ ਗਿਆਨ ਬਖਸ਼ਦੇ ਹਨ ਤੇ ਗੁਰੂ ਦਾ ਸਿੱਖ ਕਿਰਪਾ ਦਾ ਪਾਤਰ ਬਣਦਾ ਹੈ। ਉਸ ਗਿਆਨ ਨੂੰ ਝੋਲੀ 'ਚ ਪਾ ਕੇ ਪ੍ਰਮਾਤਮਾ ਨੂੰ ਸਾਰੀ ਮਾਨਵਤਾ ਵਿੱਚ ਹਾਜ਼ਰ ਨਾਜ਼ਰ ਵੇਖਦਾ ਹੈ। ਇਹੀ ਗੁਰੂ ਜੀ ਦੇ ਵੱਲੋਂ ਦਿੱਤੀ ਹੋਈ ਆਪਣੇ ਗੁਰੂ ਦੇ ਸਿੱਖ ਨੂੰ ਭਗਤੀ ਹੈ। ਤੇ ਸਤਿਗੁਰੂ ਗੁਰਦੇਵ ਜੀ ਦੀ ਸ਼ਰਨ ਵਿੱਚ ਆਇਆ ਹੀ ਪਰਿਪੂਰਨ ਪ੍ਰਮਾਤਮਾ ਨੂੰ ਜਾਣਿਆ ਤੇ ਸਮਝਿਆ ਜਾ ਸਕਦਾ ਹੈ। ਗੁਰਮੁਖ ਕਿਰਪਾ ਕਰੇ ਭਗਤ ਕੀਜੈ। ਗੁਰੂ ਜੀ ਕਿਰਪਾ ਕਰਨ, ਆਪਣਾ ਗਿਆਨ ਗੁਰੂ ਦੇ ਸਿੱਖ ਨੂੰ ਦੇ ਦੇਣ, ਜਿਹੜਾ ਗੁਰੂ ਦੇ ਸਨਮੁਖ ਹੋਵੇ, ਗੁਰੂ ਸ਼ਬਦ ਨੂੰ ਜੀਵਨ ਵਿੱਚ ਵਸਾਵੇ, ਗੁਰੂ ਦੀ ਮੱਤ ਨੂੰ ਫੋਲੋ ਕਰੇ, ਭਗਤ ਕੀਜੈ। ਫਿਰ ਉਹ ਪਰਿਪੂਰਨ ਪ੍ਰਮਾਤਮਾ ਦੀ ਸੱਚੀ ਤੇ ਸੁੱਚੀ ਭਗਤੀ ਵਿੱਚ ਲੱਗਦਾ ਹੈ। ਬਿਨ ਗੁਰ ਭਗਤ ਨਾ ਹੋਏ। ਸਭ ਕਹਿੰਦੇ ਇਹ ਗੱਲ ਨੂੰ ਬਿਲਕੁਲ ਚੇਤਾ ਰੱਖੀ, ਜੇ ਤੂੰ ਪਖੰਡਾਂ ਤੇ ਕਰਮ ਕਾਂਡਾਂ ਦੇ ਰਾਹੀਂ ਇਹ ਸੋਚੇ ਕਿ ਪਰਿਪੂਰਨ ਪਰਮਾਤਮਾ ਤੇਰੇ ਤੇ ਖੁਸ਼ ਹੋ ਜਾਵੇਗਾ, ਹਰਗਿਜ਼ ਨਹੀਂ। ਗੁਰੂ ਜੀ ਦੇ ਦਿੱਤੇ ਹੋਏ ਗਿਆਨ ਦੇ ਉੱਤੇ ਤੁਰਨ ਤੋਂ ਬਿਨਾ ਤੇਰੀ ਇਹ ਭਗਤੀ ਪ੍ਰਵਾਨ ਨਹੀਂ ਹੋ ਸਕਦੀ, ਕਿਉਂਕਿ ਗੁਰੂ ਵੀ ਹੋਣੀ ਭਗਤੀ, ਗੁਰੂ ਜੀ ਦੇ ਗਿਆਨ ਵੀ ਹੋਣੀ ਭਗਤੀ। ਇਹ ਭਗਤੀ ਸਿਰਫ ਤੇ ਸਿਰਫ ਕਰਮ ਕਾਂਡੀ ਤੇ ਪਦਾਰਥਵਾਦੀ ਹੋਵੇਗੀ। ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੈ ਸੋਈ। ਹੁਣ ਇੱਥੇ ਅਤ ਨਿਮਰਤਾ ਤੇ ਪਿਆਰ ਦੇ ਵਿੱਚ ਸਮਰਪਣ ਦੀ ਗੱਲ ਗੁਰੂ ਅਮਰਦਾਸ ਸਾਹਿਬ ਜੀ ਕਰ ਰਹੇ। ਆਮ ਕਰਕੇ ਨਾ ਸਾਨੂੰ ਕਈ ਵਾਰੀ ਅਸੀਂ ਜਦੋਂ ਗੁਰਬਾਣੀ ਦੀ ਵਿਚਾਰ ਕਰਦੇ ਹਾਂ, ਅਸੀਂ ਆਪਣੇ ਆਪ ਨੂੰ ਬੜਾ ਛੇਤੀ ਜਸਟੀਫਾਈ ਕਰ ਲੈਂਦੇ ਹਾਂ, ਜੀ ਸਾਡੇ ਤੇ ਨਾ ਹਜੇ ਕਿਰਪਾ ਨਹੀਂ ਬਣੀ, ਤਾਂ ਨਹੀਂ, ਅਜੇ ਆਪੇ ਉਹ ਹੀ ਕਿਰਪਾ ਕਰੇ, ਸਾਨੂੰ ਨੇੜੇ ਲਾ ਲਵੇ। ਇਸ ਤਰ੍ਹਾਂ ਦੀ ਬਾਤ ਨਹੀਂ ਕੋਈ। ਹੁਣ ਕਦੀ ਆਪਾਂ ਇਹ ਕਹਿੰਦੇ ਆ ਵੀ ਰੋਟੀ ਅੱਜ ਜਿਹੜੀ ਆ ਨਾ ਉਹ ਆਪ ਹੀ ਬਣਾ ਕੇ ਦਊਗਾ, ਆਪ ਹੀ ਖਵਾਊਗਾ ਤੇ ਖਾ ਲਾਂਗੇ। ਆਪ ਯਤਨ ਕਰਦੇ ਆ ਨਾ, ਜਦੋਂ ਪੇਟ 'ਚ ਭੁੱਖ ਲੱਗਦੀ ਹੈ ਰੋਟੀ ਦਾ ਪ੍ਰਬੰਧ ਕਰਦੇ ਆ।
ਇਵੇਂ ਹੀ ਗਿਆਨ ਦਾ ਪ੍ਰਬੰਧ ਆਪ ਕਰਨਾ ਹੈ। ਇਹ ਆਪਣੇ ਅੰਦਰ ਜਿਗਿਆਸਾ ਪੈਦਾ ਕਰਨੀ ਹੈ ਗਿਆਨ ਨੂੰ ਲੈਣ ਦੀ, ਸਮਝਣ ਦੀ। ਸਤਿਗੁਰੂ ਕਹਿੰਦੇ ਯਤਨ ਥੋੜਾ ਜਿਹਾ ਤੈਂ ਕਰ, ਪਰ ਉੱਤੇ ਹੰਕਾਰ ਨਾ ਕਰੀ। ਜੇ ਮਨ ਵਿੱਚ ਇਹ ਪ੍ਰੇਮ ਜਾਗ ਪਿਆ ਨਾ ਕਿ ਮੈਂ ਗੁਰੂ ਜੀ ਨੂੰ ਜਾਣਾ, ਗੁਰੂ ਦੇ ਸ਼ਬਦ ਨੂੰ ਜੀਵਨ ਵਿੱਚ ਵਸਾਵਾਂ, ਉੱਤੇ ਹੰਕਾਰ ਨਾ ਕਰੀ। ਅਤ ਨਿਮਰਤਾ ਤੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਇਹੀ ਸਮਝਾਵੀਂ, ਆਪੇ ਆਪ ਮਿਲਾਏ। ਉਹਨੇ ਆਪ ਹੀ ਕਿਰਪਾ ਕੀਤੀ ਹੈ ਕਿ ਮੈਨੂੰ ਆਪਣੇ ਆਪ ਨਾਲ ਮਿਲਾ ਲਿਆ, ਨਹੀਂ ਤੇ ਮੈਂ ਤੇ ਕੁਝ ਨਹੀਂ ਸੀ ਜਾਣ ਸਕਦਾ, ਕੁਝ ਨਹੀਂ ਸੀ ਸਮਝ ਸਕਦਾ। ਉਹਨੇ ਆਪ ਕਿਰਪਾ ਕਰਕੇ ਮੈਨੂੰ ਆਪਣੇ ਗਿਆਨ ਦੀ ਸਮਝ ਬਖਸ਼ੀ ਹੈ, ਮੇਰੀ ਮਤ ਨੂੰ ਸੁਮੱਤ ਦਿੱਤੀ ਹੈ ਤੇ ਮੈਨੂੰ ਇਹ ਬੁਝਾਰਤ ਬੁਝਾ ਦਿੱਤੀ ਹੈ। ਆਪੇ ਆਪ ਮਿਲਾਏ ਬੁਝੈ ਤਾਂ ਨਿਰਮਲ ਹੋਵੇ ਸੋਈ। ਤਾਂ ਇਹ ਮੇਰਾ ਮਨ ਮੈਲ ਤੋਂ ਰਹਿਤ ਹੋਇਆ ਹੈ। ਉਹਨੇ ਕਿਰਪਾ ਕਰਕੇ ਮੇਰੇ ਮਨ ਉੱਤੋਂ ਵਿਕਾਰਾਂ ਦੀ ਮੈਲ ਲਾ ਦਿੱਤੀ ਹੈ, ਕਿਉਂਕਿ ਗੁਰੂ ਦਾ ਸਿੱਖ ਚਾਹ ਕੇ ਵੀ ਮੈਂ ਨਹੀਂ ਆਪਣੇ ਮੂੰਹ ਚੋਂ ਕੱਢਦਾ, ਕਿਉਂਕਿ ਉਹਨੂੰ ਪਤਾ ਹੈ ਮੈਂ ਇੱਧਰ ਮੈਂ ਕਹੀ ਨਹੀਂ ਤੇ ਮੇਰੇ ਮਨ ਤੇ ਮੈਲ ਹਉਮੈ ਦੀ ਚੜੀ ਨਹੀਂ। ਜਿਹੜਾ ਸਮਰਪਣ ਹੋ ਜਾਂਦਾ ਨਾ ਗੁਰੂ ਜੀ ਨੂੰ, ਜਿਹੜਾ ਸਮਰਪਿਤ ਕਰ ਦਿੰਦਾ ਆਪਣਾ ਸਭ ਕੁਝ ਪਰਿਪੂਰਨ ਪ੍ਰਮਾਤਮਾ ਜੀ ਨੂੰ, ਉਹ ਮੈਂ ਨਹੀਂ ਕਹਿੰਦਾ, ਉਹ ਫਿਰ ਤੂੰ ਹੀ ਕਹਿੰਦਾ ਹੈ। ਉਹ ਫਿਰ ਇਹੀ ਕਹਿੰਦਾ ਹੈ ਸਤਿਗੁਰੂ ਨੇ ਕਿਰਪਾ ਕੀਤੀ ਹੈ ਕਿ ਮੈਨੂੰ ਆਪਣੇ ਨਾਲ ਮਿਲਾ ਕੇ ਇਹ ਪਰਿਪੂਰਨ ਪ੍ਰਮਾਤਮਾ ਦੀ ਸੱਚੀ ਸਮਝ ਦੀ ਬੁਝਾਰਤ ਬੁਝਾ ਦਿੱਤੀ ਹੈ ਤੇ ਮੇਰਾ ਹਿਰਦਾ ਨਿਰਮਲ ਕਰ ਦਿੱਤਾ ਹੈ। ਮੇਰੇ ਅੰਦਰ ਗਿਆਨ ਦਾ ਪ੍ਰਗਾਸ਼ ਕਰਕੇ ਮੇਰੇ ਜੀਵਨ ਨੂੰ ਪਵਿੱਤਰ ਕਰ ਦਿੱਤਾ ਹੈ। ਹੁਣ ਮੇਰੇ ਮਨ ਵਿੱਚ ਈਰਖਾ, ਨਫ਼ਰਤ ਵਰਗੀਆਂ ਗੰਦਗੀਆਂ ਨੇੜੇ ਨਹੀਂ ਆਉਂਦੀਆਂ। ਹਰ ਜੀਉ ਸਾਚਾ ਸਾਚੀ ਬਾਣੀ ਸ਼ਬਦ ਮਿਲਾਵਾ ਹੋਈ। ਹੁਣ ਪਹਿਲੇ ਬੰਦ ਦਾ ਸਟੈਂਜਾ ਹੈ। ਸਭ ਕਹਿੰਦੇ ਪ੍ਰਮਾਤਮਾ ਸਦਾ ਸਥਿਰ ਰਹਿਣ ਵਾਲਾ, ਹਰ ਜੀਉ ਸਾਚਾ ਪਰਿਪੂਰਨ ਪ੍ਰਮਾਤਮਾ ਸਦੀਵੀ ਅਟਲ ਰਹਿਣ ਵਾਲਾ ਹੈ, ਸਦਾ ਸਥਿਰ ਰਹਿਣ ਵਾਲਾ ਹੈ। ਸਾਚੀ ਬਾਣੀ, ਬਾਣੀ ਦਾ ਅਰਥ ਹੈ ਉਹਦੀ ਸਿਫਤ ਸਲਾਹ। ਪਰਿਪੂਰਨ ਪ੍ਰਮਾਤਮਾ ਦੀ ਸਿਫਤ ਸਲਾਹ ਵੀ ਸੱਚੀ ਹੈ। ਸ਼ਬਦ ਮਿਲਾਵਾ ਹੋਈ, ਪਰ ਉਹਦੀ ਸਿਫਤ ਸਲਾਹ ਦੀ ਜੇ ਤੂੰ ਗਿਆਨ ਲੈਣਾ ਚਾਹੁੰਦਾ, ਜੇ ਉਹਦੀ ਸਿਫਤ ਸਲਾਹ ਦੇ ਨਾਲ ਤੂੰ ਜੁੜਨਾ ਚਾਹੁੰਦਾ, ਤੇ ਉਹਦੀ ਸਿਫਤ ਸਲਾਹ ਲੈਣ ਵਾਸਤੇ ਤੈਨੂੰ ਸ਼ਬਦ ਦਾ ਗਿਆਨ ਲੈਣਾ ਪਊਗਾ। ਸ਼ਬਦ ਕਿਹੜਾ? ਸ਼ਬਦ ਗੁਰੂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ। ਸ਼ਬਦ ਮਿਲਾਵਾ ਹੋਈ, ਤਾਂ ਤੇਰਾ ਮਿਲਾਪ ਗੁਰੂ ਜੀ ਦੇ ਸ਼ਬਦ ਨਾਲ ਹੋਵੇਗਾ ਤੇ ਸ਼ਬਦ ਦੇ ਰਾਹੀਂ, ਗੁਰਬਾਣੀ ਦੇ ਰਾਹੀਂ ਤੈਨੂੰ ਪਰਿਪੂਰਨ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਸਮਝ ਆ ਜਾਵੇਗੀ ਕਿ ਕਿਵੇਂ ਨਿਰੰਕਾਰ ਦੀ ਮੈਂ ਬੰਦਗੀ ਕਰਨੀ ਹੈ, ਕਿਵੇਂ ਉਹਦੇ ਚਰਨਾਂ ਵਿੱਚ ਜੁੜਨਾ ਹੈ, ਕਿਵੇਂ ਉਹਦੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਮੈਂ ਸਮਾਉਣਾ ਹੈ। ਕਿਉਂਕਿ ਉਹ ਸੱਚਾ ਹੈ ਤੇ ਆਪਣੇ ਆਪ ਨੂੰ ਸੱਚਾ ਕਰਕੇ ਹੀ ਤੂੰ ਉਸ ਸੱਚੇ ਨਿਰੰਕਾਰ ਦੀ ਸਿਫਤ ਸਲਾਹ ਨੂੰ ਜਾਣ ਸਕੇਗਾ। ਭਾਈ ਰੇ ਭਗਤਹੀਨ ਕਾਹੇ ਜਗ ਆਇਆ। ਫਿਰ ਹੇ ਮੇਰੇ ਵੀਰ, ਜਿਹੜੇ ਮਨੁੱਖ ਦੇ ਵਿੱਚ ਪਰਿਪੂਰਨ ਪ੍ਰਮਾਤਮਾ ਦਾ ਪ੍ਰੇਮ ਨਹੀਂ ਨਾ ਜਾਗਿਆ, ਐਸੇ ਮਨੁੱਖ ਦਾ ਜਗਤ ਵਿੱਚ ਆਉਣ ਦਾ ਕੋਈ ਲਾਭ ਨਹੀਂ ਹੋਇਆ। ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਮੁਕੰਮਲ ਪਾਤਸ਼ਾਹ, ਪੂਰਨ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰ ਆਪਣੇ ਜੀਵਨ ਵਿੱਚ ਤੂੰ ਜੇ ਨਹੀਂ ਵਸਾਉਂਦਾ, ਗੁਰੂ ਜੀ ਦੀ ਸੇਵਾ, ਗੁਰੂ ਕੇ ਉਪਦੇਸ਼ ਕਮਾਉਣੇ ਨੇ, ਗੁਰੂ ਦੀ ਮੱਤ ਤੇ ਤੁਰਨਾ ਹੈ, ਜੇ ਤੂੰ ਨਹੀਂ ਤੁਰ ਰਿਹਾ, ਤੂੰ ਆਪਣਾ ਜੀਵਨ ਵਿਅਰਥ ਗਵਾ ਰਿਹਾ ਇਸ ਵਿਕਾਰਾਂ ਦੇ ਪਿੱਛੇ ਲੱਗ ਕੇ, ਗੰਦਗੀ ਦੇ ਪਿੱਛੇ ਲੱਗ ਕੇ। ਰਹਾਓ। ਹੁਣ ਅਗਲੇ ਅਰਦਾਸ ਦੇ ਭਿੱਜੇ ਸ਼ਬਦ ਨੇ, ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ। ਹੇ ਪਰਿਪੂਰਨ ਪ੍ਰਮਾਤਮਾ ਜੀ, ਜਦੋਂ ਮੈਂ ਹੁਣ ਇਹ ਗੁਰੂ ਜੀ ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਤੇ ਪਰਿਪੂਰਨ ਪ੍ਰਮਾਤਮਾ ਜੀ ਦੇ ਨਾਲ ਆਪਣੀ ਗੱਲ ਰੱਖ ਰਹੇ ਨੇ, ਸਾਡੇ ਵਾਸਤੇ ਅਰਦਾਸ ਕਰ ਰਹੇ ਨੇ, ਜੋ ਇੱਕ ਗੁਰੂ ਦਾ ਫਰਜ਼ ਹੈ। ਗੁਰੂ ਦਾ ਫਰਜ਼ ਕੀ ਹੈ? ਆਪਣਿਆਂ ਭਗਤਾਂ ਦੇ ਵਾਸਤੇ ਅਰਦਾਸ ਕਰਨੀ। ਕਿਹਦੇ ਨਾਲ? ਪਰਿਪੂਰਨ ਪ੍ਰਮਾਤਮਾ ਦੇ ਨਾਲ। ਜਿਵੇਂ ਖਿਆਲ ਕਰਨਾ, ਸਾਡਾ ਬੱਚਾ ਵਾ ਨਾ, ਤੇ ਉਹ ਕਿਤੇ ਗਲਤੀ ਕਰ ਆਵੇ ਤੇ ਅਸੀਂ ਆਪਣੇ ਵੱਲੋਂ ਕਈ ਵਾਰੀ ਜਾ ਕੇ ਕਹਿੰਦੇ ਆ ਜੀ ਚਲੋ ਜੀ ਬੱਚਾ ਵਾ, ਨਾਦਾਨ ਆ, ਬੇਸਮਝ ਆ, ਮਾਫ ਕਰ ਦਿਓ, ਕੋਸ਼ਿਸ਼ ਕਰਾਂਗੇ ਇਹਨੂੰ ਸਿੱਧੇ ਰਾਹ ਤੋਰਨ ਦੀ, ਤੁਸੀਂ ਵੀ ਯਤਨ ਕਰੋ, ਇਹਨੂੰ ਸਮਝਾਇਆ ਕਰੋ। ਇਵੇਂ ਸਤਿਗੁਰੂ ਜੀ ਸਾਡੇ ਵਿੱਚ ਵਿਚੋਲਾ ਬਣ ਕੇ, ਕਿਉਂਕਿ ਜੈਸਾ ਸਤਿਗੁਰੂ ਸੁਣੀਦਾ ਤੈਸੋ ਹੀ ਮੈਂ ਡੀਠ
ਵਿਛੜਿਆ ਮੇਲੇ ਪ੍ਰਭੂ, ਕਿਉਂਕਿ ਗੁਰੂ ਜੀ ਦਾ ਸੁਭਾਅ ਹੈ ਵਿਛੜਿਆਂ ਨੂੰ ਮਿਲਾਉਣਾ। ਹੁਣ ਸਾਹਿਬ ਗੁਰਬਾਣੀ, ਗੁਰੂ ਸ਼ਬਦ, ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕੀ ਕਰਦੇ ਨੇ? ਸਾਡੀ ਜਿਹੜੀ ਆਤਮਾ ਪਰਿਪੂਰਨ ਪ੍ਰਮਾਤਮਾ ਤੋਂ ਵਿਛੜੀ ਹੈ ਉਹਨੂੰ ਮਿਲਾਉਂਦੇ ਨੇ। ਹੁਣ ਗੁਰੂ ਜੀ ਆਪਣੀ ਫਰਜ਼ ਤੇ ਆਪਣੀ ਡਿਊਟੀ ਨਿਭਾ ਰਹੇ ਨੇ, ਸਮਝਾ ਰਹੇ ਨੇ, ਆਪੇ ਜਗ ਜੀਵਨ ਸੁਖ ਦਾਤਾ ਆਪੇ ਬਖਸ਼ ਮਿਲਾਏ। ਹੇ ਪਰਿਪੂਰਨ ਪ੍ਰਮਾਤਮਾ ਜੀ, ਤੁਸੀਂ ਆਪ ਹੀ ਜਗਤ ਦੇ ਜੀਵਾਂ ਦੇ ਜ਼ਿੰਦਗੀ ਦਾ ਸਹਾਰਾ ਹੋ, ਆਪ ਹੀ ਤੁਸੀਂ ਇਹਨਾਂ ਜੀਵਾਂ ਦਾ ਆਸਰਾ ਹੋ, ਤੇ ਆਪ ਹੀ ਤੁਸੀਂ ਇਹਨਾਂ ਜੀਵਾਂ ਨੂੰ ਆਤਮਿਕ ਸੁੱਖ ਦੇਣ ਵਾਲੇ ਹੋ। ਤੁਸੀਂ ਆਪਣਾ ਬਿਰਦ ਪਾਲੋ, ਤੁਸੀਂ ਮਿਹਰ ਕਰੋ, ਤੁਸੀਂ ਕਿਰਪਾ ਕਰੋ, ਤੁਸੀਂ ਬਖਸ਼ਿਸ਼ ਕਰੋ, ਆਪਣੇ ਆਪ ਬਖਸ਼ਿਸ਼ ਰਹਿਮਤਾਂ ਦੇ ਘਰ ਵਿੱਚ ਆ ਕੇ ਵਰਤੋ। ਇਹਨਾਂ ਵਿਛੜਿਆਂ ਜੀਵਾਂ ਦੇ ਦਿਲ ਵਿੱਚ ਆਪਣੇ ਪ੍ਰਤੀ ਪ੍ਰੀਤ ਪਾ ਦਿਓ ਕਿ ਇਹ ਤੁਹਾਡੇ ਨਾਲ ਜੁੜ ਜਾਣ। ਜੀ ਜੰਤ ਇਹ ਕਿਆ ਵਿਚਾਰੇ, ਕਿਆ ਕੋ ਆਕ ਸੁਣਾਏ। ਧੰਨ ਮੇਰਾ ਪਾਤਸ਼ਾਹ ਸਾਡੇ ਵਾਸਤੇ ਅਰਦਾਸ ਕਰਦਾ ਹੈ। ਆਹ ਵਾ ਗੁਰੂ ਦੇ ਸਿੱਖ ਦੀ ਅਰਦਾਸ। ਆ ਪਦਾਰਥਾਂ ਦੀਆਂ ਅਰਦਾਸਾਂ, ਪੁੱਤਰਾਂ ਦੀਆਂ ਅਰਦਾਸਾਂ, ਵੀਜ਼ਿਆਂ ਦੀਆਂ ਅਰਦਾਸਾਂ, ਸੁਖਣਾਵਾਂ ਦੀਆਂ ਅਰਦਾਸਾਂ, ਇਹ ਤੇ ਆਮ ਜੀਆਂ ਬਾਤਾਂ ਨੇ। ਅਸਲੀ ਅਰਦਾਸ ਤੇ ਇਹ ਹੈ, ਜੇ ਕਿਸੇ ਵਾਸਤੇ ਅਸੀਂ ਕਰਨੀ ਚਾਹੁੰਦੇ ਆ ਨਾ, ਸਾਨੂੰ ਲੱਗ ਰਿਹਾ ਕਿ ਭਾਈ ਇੱਥੇ ਅਰਦਾਸ ਦੀ ਲੋੜ ਹੈ, ਇਹਦੇ ਵਾਸਤੇ ਕਰੋ ਵੀ ਜਿਹੜਾ ਟੁੱਟਾ ਨਾ ਉਹਨੂੰ ਕਹੋ ਵੀ ਹੇ ਮੇਰਾ ਪਾਤਸ਼ਾਹ ਇਹਨੂੰ ਆਪਣੇ ਨਾਲ ਜੋੜ ਲਾ। ਇਹ ਜਿਹੜਾ ਵਿਕਾਰੀ ਬਿਰਤੀ ਵਿੱਚ ਤੁਰਿਆ ਫਿਰਦਾ, ਜਿਹੜਾ ਨਸ਼ਿਆਂ ਦੇ ਵਿੱਚ ਤੁਰਿਆ ਫਿਰਦਾ, ਜਿਹੜੇ ਅੰਦਰ ਇੰਨੀਆਂ ਮਾੜੀਆਂ ਸੋਚਾਂ ਨੇ, ਹੇ ਗੁਰੂ ਜੀ ਪ੍ਰਮਾਤਮਾ ਜੀ ਤੁਸੀਂ ਧਿਆਨ ਪਾਓ, ਇਸ ਜੀਵ ਨੂੰ ਆਪਣੇ ਨਾਲ ਜੋੜ ਲਓ, ਰਹਿਮਤ ਕਰੋ। ਇਹ ਅਰਦਾਸ ਆ ਗੁਰੂ ਦੇ ਸਿੱਖ ਦੀ। ਹੁਣ ਗੁਰੂ ਜੀ ਕਹਿ ਰਹੇ, ਹੇ ਪਰਿਪੂਰਨ ਪ੍ਰਮਾਤਮਾ ਜੀ ਤੁਸੀਂ ਰਹਿਮਤ ਦੇ ਘਰ ਵਿੱਚ ਆ ਕੇ ਵਰਤੋ। ਆਹ ਜਿਹੜੇ ਜੀਵ ਜੰਤੂ ਆ ਨਾ, ਇਹਨਾਂ ਦੇ ਆਪਣੇ ਵਸ ਇਹ ਅਗਿਆਨਤਾ ਤੇ ਹੰਕਾਰ ਨਾਲ ਭਰੇ ਹੋਏ ਹਨ। ਸਦਾ ਇਹਨਾਂ ਨੇ ਇਵੇਂ ਹੀ ਰਹਿਣਾ, ਇਹ ਹੰਕਾਰ ਦੇ ਵਿੱਚ ਭਿੱਜੇ ਰਹਿਣਗੇ। ਜੇ ਤੁਸੀਂ ਰਹਿਮਤ ਕਰਦੇ ਹੋ ਨਾ, ਤੁਸੀਂ ਕਿਰਪਾ ਕਰਦੇ ਹੋ, ਇਹਨਾਂ ਵਿਚਾਰਿਆਂ ਨੂੰ ਆਪਣੇ ਨਾਲ ਜੋੜ ਲਓ, ਇਹਨਾਂ ਦੇ ਅੰਦਰ ਇਹ ਪ੍ਰੀਤ ਪੈਦਾ ਕਰ ਦਿਓ, ਭਾਵਨਾ ਪੈਦਾ ਕਰ ਦਿਓ, ਸ਼ਰਧਾ ਗਿਆਨ ਪੈਦਾ ਕਰ ਦਿਓ ਕਿ ਇਹਨਾਂ ਨੂੰ ਜੀ ਕਰੇ ਕਿ ਗੁਰੂ ਸ਼ਬਦ ਨੂੰ ਅਸੀਂ ਸਮਝੀਏ, ਗੁਰੂ ਜੀ ਨੂੰ ਵਿਚਾਰੀਏ, ਗੁਰੂ ਜੀ ਦੇ ਗਿਆਨ ਨਾਲ ਜੁੜੀਏ, ਗੁਰੂ ਦੀ ਮੱਤ ਗੁਰੂ ਗ੍ਰੰਥ ਸਾਹਿਬ ਚੋਂ ਲਈਏ, ਗੁਰੂ ਦੀ ਬਾਣੀ ਨੂੰ ਵਿਚਾਰ ਕੇ ਇਹ ਤੁਹਾਡੇ ਨਾਲ ਜੁੜ ਜਾਣ। ਕਿਆ ਕੋ ਆਕ ਸੁਣਾਏ। ਹੇ ਪ੍ਰਮਾਤਮਾ ਜੀ ਤੁਹਾਡੇ ਮਿਹਰ ਤੋਂ ਬਿਨਾਂ ਕੋਈ ਜੀਵ ਵੀ ਸਿਫਤ ਸਲਾਹ ਵਿੱਚ ਨਹੀਂ ਜੁੜ ਸਕਦਾ। ਇਹ ਤੁਸੀਂ ਕਿਰਪਾ ਕਰੋ, ਇਹਨਾਂ ਵਿਛੜਿਆਂ ਨੂੰ ਮਿਲਾ ਲਓ ਆਪਣੇ ਨਾਲ, ਜੋੜ ਲਓ ਆਪਣੇ ਨਾਲ, ਤਾਂ ਕਿ ਇਹਨਾਂ ਦੀ ਸਾਂਝ ਤੁਹਾਡੇ ਨਾਲ ਬਣ ਜਾਵੇ। ਗੁਰਮੁਖ ਆਪੇ ਦੇ ਵਡਿਆਈ ਆਪੇ ਸੇਵ ਕਰਾਏ। ਹੁਣ ਕਿੰਨੇ ਪਿਆਰੇ ਬਚਨ ਨੇ ਗੁਰੂ ਜੀ ਦੇ ਨਾਲ। ਹਿਰਦਾ ਪੱਤੀ ਜਾਂਦਾ ਹੈ, ਕਈ ਵਾਰੀ ਬੈਰਾਗ ਆ ਜਾਂਦਾ ਹੈ ਕਿ ਮੈਂ ਐਸੇ ਗੁਰੂ ਦਾ ਵਾਰਸ ਹਾਂ ਜਿਹੜਾ ਮੇਰਾ ਗੁਰੂ ਮੁਕੰਮਲ ਹੈ, ਜੋ ਹਰ ਵਕਤ ਆਪਣੇ ਬੱਚੇ ਵਾਸਤੇ ਪਿਆਰ ਭਰੀਆਂ ਅਰਦਾਸਾਂ ਕਰਦਾ ਹੈ, ਹਰ ਵਕਤ ਸਾਡੇ ਗਿਲੇ ਸਾਡੇ ਸ਼ਿਕਵੇ ਦੂਰ ਕਰਕੇ, ਸਾਨੂੰ ਸਾਡੇ ਅੰਦਰ ਦੇ ਅਕ੍ਰਿਤ ਘਣਤਾ ਤੱਕ ਨੂੰ ਦੂਰ ਕਰਕੇ ਸਾਨੂੰ ਫਿਰ ਗਲੇ ਨਾਲ ਲਾ ਲੈਂਦਾ ਹੈ। ਇਹ ਮੇਰਾ ਗੁਰੂ ਹੀ ਹੈ ਜੋ ਕੁਝ ਨਹੀਂ ਸਾਡੇ ਕੋਲ ਮੰਗਦਾ। ਉਹ ਸਿੱਖਾ ਤੇਰੇ ਕੋਲ ਤੇਰਾ ਗੁਰੂ ਕੀ ਮੰਗਦਾ ਹੈ? ਉਹਨੇ ਕਦੀ ਮੰਗੇ ਨੇ ਪੈਸੇ ਤੇਰੇ ਕੋਲੋਂ? ਉਹ ਤੇ ਇੱਕ ਗੱਲ ਕਹਿੰਦਾ, ਤੂੰ ਮੈਨੂੰ ਆਪਣਾ ਆਪਾ ਦੇ ਦੇ, ਉਹ ਅਸੀਂ ਦੇਣ ਨੂੰ ਤਿਆਰ ਨਹੀਂ। ਅਸੀਂ ਪੈਸਿਆਂ ਨਾਲ ਗੁਰੂ ਖਰੀਦਣਾ ਚਾਹੁੰਦੇ। ਸਾਨੂੰ ਆਦਤ ਪਈ ਹੈ ਦੁਨੀਆ ਦੇ ਵਿੱਚ ਹਰ ਚੀਜ਼ ਖਰੀਦਣ ਦੀ। ਇਸੇ ਕਰਕੇ ਅੱਜ ਅਸੀਂ ਅਰਦਾਸਾਂ ਖਰੀਦ ਲਈਆਂ, ਹੁਕਮਨਾਮੇ ਖਰੀਦ ਲਏ, ਅਸੀਂ ਅਖੰਡ ਪਾਠ ਖਰੀਦ ਲਏ, ਗੁਰੂ ਦੇ ਬਾਣੀ ਖਰੀਦ ਲਈ, ਗੁਰੂ ਦੇ ਉਪਦੇਸ਼ ਖਰੀਦ ਲਏ, ਪਰ ਸਤਿਗੁਰੂ ਨਹੀਂ ਖਰੀਦਿਆ ਜਾਣਾ। ਚੇਤਾ ਰੱਖਿਓ, ਇਹ ਮੇਰੇ ਵਰਗੇ ਅਕ੍ਰਿਤ ਘਣ ਲੋਕਾਂ ਨੇ ਗੁਰੂ ਵੇਚ ਦਿੱਤਾ। ਅੱਜ ਗੁਰੂ ਵੇਚ ਦਿੱਤਾ। ਅੱਜ ਅਸੀਂ ਸੱਚ ਜਾਣਿਓ, ਅਸੀਂ ਗੁਰੂ ਖਰੀਦ ਲਿਆ। ਕਿੰਨੇ ਪੈਸੇ ਦੱਸੋ ਗਿਆਨੀ ਜੀ? ਦੱਸੋ ਗਿਆਨੀ ਜੀ ਕਿੰਨੇ ਪੈਸੇ ਲੈਣੇ ਜੇ? ਗੱਲ ਕਰੋ। ਆਹ ਹੁਕਮਨਾਮਾ ਸਾਨੂੰ ਪੜ੍ਹ ਕੇ ਸੁਣਾ ਦਿਓ। ਤੇ ਗਿਆਨੀ ਜੀ ਇੱਕ $100 ਵਾਸਤੇ ਚੰਦ ਕੁ ਮਨੁੱਖਾਂ ਦੇ ਪਿੱਛੇ ਤੁਰੇ ਫਿਰਦੇ ਨੇ। ਤੁਸੀਂ ਦੱਸੋ ਕਿੰਨੇ ਪੈਸੇ ਲੈਣੇ ਆ ਜੀ? ਆ ਸੰਪਟ ਪਾਠ ਸਾਡੇ ਨਾਂ ਦਾ ਕਰਾ ਦਿਓ। ਹੱਦ ਹੋ ਗਈ ਹੈ, ਹੱਦ ਹੋ ਗਈ ਹੈ। ਅੱਜ ਕਿੱਥੇ ਜਾਵਾਂਗੇ?
सतगुरु गुरुदेव कहते हो मैं तो कभी सोचिया नहीं सी भी तू मैनू खिलौना बना के मेरे नाल खेडेगा। लोगन राम खिलौना जाना, असी आप खिडौणियां नाल खेडदे हां, गुरु नूं भी खिडौना बना लिया है। किसी ने जहाज चढ़ा दिते गुरुद्वारे जाके, आज जी मैं गुरु जी मेरे वीज़ा लग गया, मैं तुहानूं जहाज चढ़ाउणा आ। हद हो गई। साडियां देखो किहो जिहियां मनमतां ने साडियां, क्योंकि गुरु तो टुटे हाँ, गुरु की बाणी तो टुटे हाँ। वो कदी गुरु के कोल बह भी जाया करिए, किते गुरु शब्द नूं जीवन च वसा भी लईए, कोई नहीं करता। जिदन फर्ज सिख अपना समझण लग पिया ना, साडे नूं मुसलमान चंगे ने, माफ करना, वो अपने बच्चे नूं नमाजी जरूर बनाउंदे ने, नमाजी बनाउंदे ने, उन्हों कुरान पढ़नी सिखाउंदे ने, आयतां सिखाउंदे ने, बड़ियां औखियां ने उन्हां दियां। साडी ते बड़ी सौखी बाणी है, पर असीं नहीं दे सके अपने बच्चे नूं विरसे विच। मैं अपनी धी नूं दाज ते दिता, पर मैं अपनी धी दी झोली विच गुरबाणी गुरु शब्द नहीं पा सकिया। ये मेरी कमी है। सब कहंदे गुरमुख आपे दे वडियाई, आपे सेव कराए। परमात्मा जी कृपा करन, सतगुरु गुरु शब्द दे राही, गुरु दे ज्ञान दे राही ये वडियाई गुरसिख नूं बख्श देण कि गुरु दा सिख परिपूर्ण परमात्मा नूं जान लवे, समझ लवे, ते गुरु जी कृपा करन कि अपने सिख नूं सेवा भगती विच ला देण कि गुरु जी दे ज्ञान दे नाल मैनूं परमात्मा दी भगती दा एहसास हो जावे ते मैं मानवता दी सेवा दे विच लग जावां, परिपूर्ण परमात्मा दी सच्ची सुच्ची भगती विच टिक जावां। जिवें भगत पूरन सिंह जी, कैसी सेवा की उन्होंने, अज तक पिंगलवाड़ा उन्हों दे नाम ते चलाया होया, जिथे अज भी गरीबां दीयां बाहां फड़ियां जांदियां ने। देख कुटंब मोहे लोभाणा, चलदियां नाल ना जाई। देख कुटंब, खखे नूं सिहारी है देख दे, कुटंब बब्बे थले औंकड़ है, मोहे लोभाणा मोह दे विच लोभदा होया। सब कहंदे जिहड़े ये जीव आ ना, ये अपने परिवार की वेख रेख विच ऐसे फसे ने, उस माया मोह के बंधना के चिक्कड़ दे विच डुबदे जांदे ने। मैनूं दूजे दे गुनाह बड़ी छेती नज़र आउंदे ने, पर अपने बच्चे दे नहीं, क्योंकि मोह की पट्टी अखां दे अगे बन्नी है ना। दूसरे दे मैनूं बड़ी छेती नज़र आउंदे ने अवगुण, पर अपने परिवार दे नहीं, क्योंकि अगे अखां ते मोह की पट्टी बन्नी है। सारा दिन सतगुरु बाबा कबीर जी कहंदे बहु परपंच कर परतन लियावै, कहंदे बेईमानियां कर करके, जेबां मार मार के, ठगियां कर करके, लुट्टां खोहां कर करके की कीता, धन लिआंदा घर। बहु परपंच कर परतन लियावै, ते लुटाउंदा किहदे है, सुतदारा पियान लुटावै। घर दी नूं गहणे लै दिते, बच्चियां ते लटा दिते। आप इनू ईमानदारी नाल पुछो कि तू कदी एक कमीज भी कदी अपने वास्ते खरीदी है? बाजार दे विच एक कमीज खरीदण जांदा ना, उत्थे भी ये सोचदा भी मैं चलो आम जी लै लैना, अपने बच्चे नूं ब्रांडेड लैके देने ने, अपने वास्ते कुछ भी नहीं कर रहे। इधरों लुट रहे हैं, उधर लुटा रहे हैं, बस जिंदगी इहदे आले दुआले घुम रही है। दे कुटंब मोहे लोभाणा, चलदियां नाल ना जाई। सारी जिंदगी जिस परिवार वास्ते मोह के चिक्कड़ विच डुबिया रहा, विकार कमाउंदा रहा, गंदगी के रस्ते ते तुरदा रहा, ठगियां फरेब दुनिया नाल करदा रहा, सब कहंदे जिस परिवार वास्ते करदा रहा इन्हें तेरे नाल नहीं जाना, किसी ने तेरे नाल नहीं निभना। सतगुरु सेव गुण निधान पाया, तिसदी कीम ना पाई। जिस मनुख ने गुरु दी दसी सेवा करके, सतगुरु सेव, सतगुरु जी दी दसी हुई सेवा, वावे नूं सिहारी है। सतगुरु जी दी दसी हुई सेवा किहड़ी सेवा है? गुण निधान पाया। गुरु जी दे ज्ञान दे विचों जिहड़ी मेरे पातशाह ने मैनूं हुक्म बख्शे, ते मेरी सेवा की सी कि मैं गुरु दी मत नूं जीवन च अपना लवां, ते उस गुरु दी मत तो मेरे अंदर की पैदा होया? गुण निधान। परिपूर्ण परमात्मा दे शुभ गुणा रूपी खजाना, जो गुणा दा मालक निरंकार परमात्मा सी, वो मेरे इस हर मंदिर दे विच आप वस गया, वो प्रगट हो गया, वसदा मैनूं नज़र आउण लग पिया। तिस दी कीम न पाई, जिस परिपूर्ण परमात्मा ने
ਐਸਾ ਸੋਹਣਾ ਮੇਰੇ ਅੰਦਰ ਸੁੱਖਾਂ ਦਾ ਖਜ਼ਾਨਾ ਪਾਇਆ ਸੀ, ਉਹ ਮੈਨੂੰ ਲੱਭ ਗਿਆ ਹੈ। ਹੁਣ ਮੈਂ ਉਸ ਆਤਮਿਕ ਉੱਚਤਾ ਦੀ, ਉਸ ਸ਼ੁਭ ਗੁਣਾਂ ਦੀ ਕੋਈ ਕੀਮਤ ਨਹੀਂ ਦੇ ਸਕਦਾ। ਮੇਰੇ ਕੋਲ ਕੋਈ ਕੀਮਤ ਨਹੀਂ ਕਿ ਮੈਂ ਐਸੇ ਸੋਹਣੇ ਨਿਰੰਕਾਰ ਦੇ ਗੁਣਾਂ ਦੀ ਕੋਈ ਕੀਮਤ ਦੇ ਸਕਾਂ, ਕਿਉਂਕਿ ਉਹ ਬੇਮੁੱਲੇ ਨੇ ਉਹਦੇ ਗੁਣ, ਬੇਸ਼ੁਮਾਰ ਬੇਕੀਮਤੀ ਨੇ ਉਹਦੇ ਗੁਣ। ਮੈਂ ਤੇ ਕੇਵਲ ਉਹਦੇ ਅੱਗੇ ਆਪਣਾ ਆਪਾ ਸਮਰਪਣ ਕਰ ਸਕਦਾ ਹਾਂ। ਹਰ ਪ੍ਰਭ ਸਖਾ ਮੀਤ ਪ੍ਰਭ ਮੇਰਾ, ਅੰਤੇ ਹੋਏ ਸਖਾਈ। ਹੁਣ ਮੈਨੂੰ ਸਮਝ ਆ ਗਈ ਹੈ, ਇਹ ਪਰਿਪੂਰਨ ਪ੍ਰਮਾਤਮਾ ਵਾਹਿਗੁਰੂ ਹੀ ਮੇਰਾ ਸੱਚਾ ਮਿੱਤਰ ਹੈ, ਸਖਾ ਹੈ, ਸਖਾ ਭਾਵ ਸਾਥੀ ਹੈ। ਹੁਣ ਇਹੀ ਮੇਰਾ ਹੈ ਸਭ ਕੁਝ। ਹੁਣ ਮੇਰੀ ਧਿਆਨ, ਮੇਰਾ ਗਿਆਨ, ਮੇਰਾ ਨਿਰੰਕਾਰ ਹੈ। ਇਹੀ ਮੇਰਾ ਭਾਈ ਹੈ, ਇਹੀ ਮੇਰਾ ਵੀਰ ਹੈ। ਹੁਣ ਪਰਿਪੂਰਨ ਪ੍ਰਮਾਤਮਾ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਭਉ ਕੇਹਾ ਕਾੜਾ ਜੀਓ। ਤੇਰੇ ਬਿਨਾ ਹੋਰ ਕੋਈ ਨਹੀਂ ਹੁਣ ਮੇਰਾ। ਅੰਤੈ ਹੋਏ ਸਖਾਈ, ਉਹ ਪਰਿਪੂਰਨ ਪਰਮਾਤਮਾ ਜੋ ਹਰ ਵੇਲੇ ਮੇਰੇ ਨਾਲ ਸਹਾਈ ਹੋਵੇਗਾ, ਅੰਤ ਵੇਲੇ ਵੀ ਮੇਰੇ ਨਾਲ ਰਹੇਗਾ। ਆਖਰੀਆਂ ਪੰਕਤੀਆਂ ਅੱਜ ਦੇ ਪਾਵਨ ਸ਼ਬਦ ਦੀਆਂ। ਆਪਣੇ ਮਨ ਚਿਤ ਕਹਿ ਕਹਾਏ, ਬਿਨ ਗੁਰ ਆਪ ਨਾ ਜਾਈ। ਆਪਣੇ ਮਨ ਚਿਤ, ਮਨ ਤੇ ਚਿੱਤ ਦੋਵਾਂ ਦੇ ਵਿੱਚ ਸਿਹਾਰੀ ਹੈ, ਭਾਵ ਮਨ ਦੇ ਵਿੱਚ ਤੇ ਚਿੱਤ ਚੇਤੇ ਦੇ ਵਿੱਚ। ਕਹਿ ਕਹਾਏ, ਸਭ ਕਹਿੰਦੇ ਹੁਣ ਆਪਣੇ ਮਨ ਵਿੱਚ, ਆਪਣੇ ਚਿੱਤ ਵਿੱਚ। ਬੇਸ਼ੱਕ ਜੀਵ ਪਿਆ ਆਖੇ, ਦੂਜਿਆਂ ਪਾਸੋਂ ਵੀ ਅਖਵਾਏ ਕਿ ਮੇਰੇ ਅੰਦਰ ਹਉਮੈ ਅਹੰਕਾਰ ਨਹੀਂ, ਭਾਵੇਂ ਕਿੰਨੀ ਵੀ ਕੋਸ਼ਿਸ਼ ਕਰੇ। ਆਪਣੇ ਮਨ ਚਿੱਤ ਕਹਿ ਕਹਾਏ, ਗੁਰੂ ਬਿਨ ਗੁਰ ਆਪ ਨਾ ਜਾਈ। ਸਤਿਗੁਰੂ ਕਹਿੰਦੇ, ਦੇਖੋ ਧਿਆਨ ਦੇਣਾ ਇਹਨਾਂ ਬਚਨਾਂ ਤੇ ਥੋੜਾ ਜਿਹਾ। ਸਭ ਕਹਿੰਦੇ ਜੇ ਕੋਈ ਮਨੁੱਖ ਕਿਸੇ ਕੋਲੋਂ ਹੁਣ ਇਹ ਕਹਾਵੇ, ਭਾਈ ਇਹਦੇ ਵਿੱਚ ਹੁਣ ਨਿਰਮਲ ਹੋ ਗਿਆ ਇਹ ਮਨੁੱਖ, ਇਹਦੇ ਵਿੱਚ ਹੰਕਾਰ ਹੁਣ ਕੋਈ ਨਹੀਂ, ਇੰਨਾ ਨਿਰਮਲ ਹੋ ਗਿਆ, ਭਾਵੇਂ ਦੁਨੀਆ ਤੋਂ ਕਿੰਨੇ ਵੀ ਸਰਟੀਫਿਕੇਟ ਲੈ ਲੈ, ਉਹ ਮਾਇਨੇ ਨਹੀਂ ਰੱਖਦੇ। ਬਿਨ ਗੁਰੂ ਆਪ ਨਾ ਜਾਈ, ਜਦ ਤੱਕ ਸਤਿਗੁਰੂ ਗੁਰੂਦੇਵ ਜੀ ਆਪ ਨਾ ਸਰਟੀਫਾਈ ਕਰ ਦੇਣ ਕਿ ਹੁਣ ਇਹਦੇ ਵਿੱਚ ਹਉਮੈ ਨਹੀਂ। ਇਹ ਤੇ ਨਿਮਰਤਾ ਤੇ ਪ੍ਰੇਮ ਦਾ ਧਾਰਨੀ ਹੋ ਗਿਆ ਹੈ। ਇਹ ਸਰਟੀਫਿਕੇਟ ਗੁਰੂ ਨੇ ਦੇਣਾ ਹੈ ਕਿ ਇਹਦੇ ਵਿੱਚ ਹੁਣ ਹੰਕਾਰ ਤੇ ਹਉਮੈ ਨਹੀਂ, ਕਿਸੇ ਦੇ ਕਿਹਾ ਨਹੀਂ ਇਹ ਗੱਲ ਬਣਨੀ। ਸਭ ਕਹਿੰਦੇ ਜਦ ਤੱਕ ਤੂੰ ਆਪਣੇ ਮਨ ਅਤੇ ਚਿੱਤ ਦੇ ਵਿੱਚ ਸੱਚ ਨੂੰ ਨਹੀਂ ਨਾ ਸਮਾਉਂਦਾ, ਗੁਰੂ ਨੇ ਤੇਰੇ ਵਿੱਚੋਂ ਇਹ ਹਉਮੈ ਤੇ ਇਹ ਮੈਲ ਨਿਕਲਣ ਦਾ ਸਰਟੀਫਿਕੇਟ ਨਹੀਂ ਦੇਣਾ। ਇਹ ਉਦਣ ਗੁਰੂ ਦਾ ਸਰਟੀਫਿਕੇਟ ਮਿਲਣਾ ਹੈ ਜਿੱਦਣ ਤੇਰੇ ਵਿੱਚ ਗੁਰੂ ਦੀ ਗਿਆਨ, ਗੁਰੂ ਦੀ ਭਗਤੀ ਸਮਾ ਗਈ, ਗੁਰੂ ਦੇ ਹੁਕਮ ਸਮਾ ਗਏ। ਉਦਣ ਗੁਰੂ ਜੀ ਨੇ ਤੈਨੂੰ ਇਤਨਾ ਨਿਮਾਣਾ ਤੇ ਇੰਨਾ ਪਿਆਰ ਵਾਲਾ ਬਣਾ ਦੇਣਾ ਹੈ ਕਿ ਆਪਣੇ ਆਪ ਹੀ ਤੇਰੇ ਅੰਦਰ ਸੱਚ ਤੇ ਗੁਰੂ ਦਾ ਗਿਆਨ ਝਲਕਣ ਲੱਗ ਪੈਣਾ ਹੈ। ਹਰ ਜੀਉ ਦਾਤਾ ਭਗਤ ਵਸ਼ਲ ਹੈ, ਕਰ ਕਿਰਪਾ ਮਨ ਵਸਾਈ। ਭਗਤ ਵਸ਼ਲ ਦਾ ਅਰਥ ਹੈ ਭਗਤੀ ਨਾਲ ਪਿਆਰ ਕਰਨ ਵਾਲਾ, ਜਿਹੜਾ ਪ੍ਰਭੂ ਸਭ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਭਗਤਾਂ ਨਾਲ ਪਿਆਰ ਕਰਨ ਵਾਲਾ ਹੈ। ਉਹਦੀ ਕਿਰਪਾ ਦੇ ਸਦਕਾ ਹੀ ਇਹ ਜੀਵ ਭਗਤੀ ਦੇ ਵਿੱਚ ਲੱਗਦਾ ਹੈ, ਹਿਰਦੇ ਵਿੱਚ ਸੱਚ ਸਮਾਉਂਦਾ ਹੈ ਤੇ ਆਤਮਿਕ ਸ਼ਾਂਤੀ ਵਾਲਾ ਜੀਵਨ ਮਿਲਦਾ ਹੈ। ਨਾਨਕ ਸੋਭਾ ਸੁਰਤ ਦੇ ਪ੍ਰਭ, ਆਪੇ ਗੁਰਮੁਖ ਦੇ ਵਡਿਆਈ। ਹੇ ਨਾਨਕ ਜੀ, ਪ੍ਰਭੂ ਆਪ ਹੀ ਕਿਰਪਾ ਕਰੇ, ਮੇਰੀ ਸੁਰਤ ਦੇ ਵਿੱਚ ਸੱਚ ਬਖਸ਼ ਦਵੇ ਤੇ ਆਪਣੀ ਵਡਿਆਈ, ਉਹਦੀ ਸੋਭਾ, ਉਹਦਾ ਗਿਆਨ ਉਹ ਮੈਨੂੰ ਬਖਸ਼ ਦਵੇ ਤੇ ਮੈਂ ਉਹਦੇ ਗਿਆਨ ਨੂੰ ਜੀਵਨ ਵਿੱਚ ਧਾਰਨ ਕਰ ਲਵਾਂ। ਆਪਣੇ ਸੱਚੇ ਸੁੱਚੇ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣਾ ਆਪਾ ਸਮਰਪਣ ਕਰਕੇ ਉਹਦੇ ਗਿਆਨ ਨੂੰ ਸਵੀਕਾਰ ਕਰਾਂ। ਤੇ ਸਭ ਕਹਿੰਦੇ ਤਾਂ ਹੀ ਗੁਰਸਿੱਖ ਨੂੰ ਇੱਜ਼ਤ ਮਿਲਦੀ ਹੈ, ਸ਼ੋਭਾ ਮਿਲਦੀ ਹੈ, ਵਡਿਆਈ ਮਿਲਦੀ ਹੈ। ਸੋ ਅੱਜ ਦਾ ਇਹ ਪਾਵਨ ਸ਼ਬਦ 48 ਨੰਬਰ ਸ਼ਬਦ, ਜਿਹਦੇ ਵਿੱਚ ਸੱਚੇ ਪਾਤਸ਼ਾਹ ਜੀ ਨੇ ਇਹ ਬਾਤ ਸਮਝਾਈ ਹੈ ਕਿ ਜੇ ਤੂੰ ਪਰਿਪੂਰਨ ਪਰਮਾਤਮਾ ਦੇ ਹੁਕਮ ਨੂੰ ਜੀਵਨ 'ਚ ਨਹੀਂ ਫਾਲੋ ਕਰਦਾ, ਗੁਰੂ ਦੇ ਉਪਦੇਸ਼ ਨੂੰ ਨਹੀਂ ਮੰਨਦਾ, ਫਿਰ ਤੇਰੀ ਸੇਵਾ ਕੋਈ ਮਾਇਨੇ ਦੀ ਨਹੀਂ, ਭਾਵੇਂ ਬਾਹਰ ਦੀਆਂ ਜਿੰਨੀ ਮਰਜ਼ੀ ਕਰੀ ਜਾਵੇਂ। ਤੇਰੀ ਭਗਤੀ ਤਾਂ ਪ੍ਰਵਾਨ ਹੈ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੇਂ ਹਰ ਹਰ ਉੱਤਮ ਬਾਣੀ, ਗਾਵਿਆ
सुनिया तिनका हर थाएं पावै, जिन सतगुरु की आग्या सत सत कर मानी। गुरु जी की आग्या नूं सत करके मन्नीए, गुरु के उपदेशों ते तुरीए। जरूर समा कढो, भावें रोज का एक अंग पढ़ो, सहज पाठ अपना करो, गुरबाणी नाल जुड़ो। अज जे असी चाहुंदे आ अपने बच्चों नूं गुरमत नाल जोड़ना, ते घर दे मुखीए नूं जिहड़ा बाप आ मां वा उन्हां नूं पहिलां गुरमत नाल जुड़ना पऊगा। अपनी धी नूं दाज बना बना के ते बड़ा दिता असीं, पर बचपन तो अपनी धी नूं गुरमत सिखा दईए, गुरबाणी सिखा दईए, गुरु दा सिद्धांत सिखा दईए। अपने पुत्तर नूं मत्था चुमदियां चुमदियां ओदी मत विच गुरु दा ज्ञान पा दईए। सच जाणिओ तुसीं एक चंगे इंसान दी घाड़त घड़ दोगे, चंगे गुरमुख दी घाड़त घड़ दोगे, उहदा जीवन सफल हो जाएगा ते नाल साडा भी हो जाएगा। गुरु कृपा करन। बेअंत भुलां गलतियां गुरबाणी दी विचार करदियां होईयां ने, आप गुरु प्यारी संगत बख्शण जोगो। अरदास करियो कि तुहाडे वीर दे अंदर ये प्यार गुरु दा सदा बनिया रहे। मैं बहुत धन्नवादी हाँ